समय दौरान 26 जनवरी तो पहला तक काफ़ी हद तक ਜਿਹੜਾ ਮੋਰਚੇ ਦਾ ਜਿਹੜਾ ਸੰਚਾਲਨ ਸੀ ਜਾਂ ਮੋਰਚੇ ਦਾ ਜਿਹੜਾ ਬਹਾਅ ਸੀਗਾ ਉਹ ਕਿਸੇ ਹੱਦ ਤੱਕ ਕਾਫੀ ਸਮੂਥ ਚੱਲ ਰਿਹਾ ਸੀ, ਸੰਤੁਲਿਤ ਚੱਲ ਰਿਹਾ ਸੀ। ਪਰ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਿੱਥੇ ਬਹੁਤ ਜ਼ਿਆਦੀ ਉਥਲ-ਪੁਥਲ ਹੋਈ ਹੈ, ਉਸ ਤੋਂ ਬਾਅਦ ਮਹਿੰਦਰ ਸਿੰਘ ਟਕੈਤ ਜਿਹੜੇ ਕਿ ਯੂਪੀ ਦੇ ਇੱਕ ਬੜੇ ਪੁਰਾਣੇ ਅਤੇ ਵੱਡੇ ਨੇਤਾ ਸਨ, ਉਹਨਾਂ ਦੇ ਬੇਟੇ ਰਕੇਸ਼ ਟਕੈਤ ਦਾ ਉੱਭਰਨਾ ਜਿਹੜਾ ਆ ਉਹ ਵੀ ਸਾਨੂੰ ਮੋਰਚੇ ਵਿੱਚ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਹੈ। ਉਸ ਤੋਂ ਬਾਅਦ ਜਿਹੜੀ ਦੁਖਦਾਈ ਪਹਿਲੂ ਇਸ ਮੋਰਚੇ ਦਾ ਇਹ ਹੈ ਕਿ ਸੰਗਤਾਂ ਦਾ ਜਿਵੇਂ ਜਿਹੜਾ ਉਤਸ਼ਾਹ ਆ ਜਾਂ ਜਿਵੇਂ ਰੋਸ ਹੈ ਜਾਂ ਗੁੱਸਾ ਹੈ ਜਾਂ ਇਸ ਮੋਰਚੇ ਪ੍ਰਤੀ ਕਹਿ ਲਓ ਕਿ ਡੈਡੀਕੇਸ਼ਨ, ਜਿਹੜੀ ਸਰਕਾਰ ਦੇ ਪ੍ਰਤੀ ਗੁੱਸਾ, ਸਰਕਾਰ ਦੇ ਪ੍ਰਤੀ ਰੋਹ ਤੇ ਮੋਰਚੇ ਦੇ ਪ੍ਰਤੀ ਜਿਹੜੀ ਡੈਡੀਕੇਸ਼ਨ ਆ, ਮੈਨੂੰ ਲੱਗਦਾ ਕਿਸੇ ਹੱਦ ਤੱਕ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ ਆਇਆ। ਉਸੇ ਤਰ੍ਹਾਂ ਸੰਗਤਾਂ ਜਿਹੜੀਆਂ ਸੇਵਾ ਕਰ ਰਹੀਆਂ, ਉਸੇ ਤਰ੍ਹਾਂ ਪੰਜਾਬ ਤੋਂ, ਹਰਿਆਣੇ ਤੋਂ, ਯੂਪੀ ਤੋਂ ਲੋਕ ਆਣ ਕੇ ਜੁੜ ਰਹੇ ਆ। ਪਰ ਜਿੱਥੇ ਤੱਕ ਸਵਾਲ ਲੀਡਰਸ਼ਿਪ ਦਾ ਹੈ, ਮੈਂ ਸਮਝਦਾ ਕਿ ਲੀਡਰਸ਼ਿਪ ਵੱਲੋਂ ਕੁਛ ਜਾਂ ਕਹਿ ਲਓ ਕਿ ਜਿਹੜੇ ਥੋੜੇ ਜਿਹੇ ਜੁਝਾਰੂ ਮੁੰਡੇ ਹੈਗੇ ਆ ਜਾਂ ਜਿਹੜੇ ਜਵਾਨ ਜਿਹੜਾ ਖੂਨ ਹੈ ਉਹਦੇ ਨਾਲ ਜਿਹੜਾ ਉਹਨਾਂ ਦਾ ਆਪਸੀ ਤਾਲਮੇਲ ਨਾ ਹੋਣਾ, ਜਿਹੜਾ ਉਹ ਮੈਂ ਸਮਝਦਾ ਕਿ ਕਾਫੀ ਹੱਦ ਤੱਕ ਖਦਸ਼ਾ ਪੈਦਾ ਕਰਦਾ ਆ ਔਰ ਅੰਦੋਲਨ ਨੂੰ ਕਿਸੇ ਨਾ ਕਿਸੇ ਹੱਦ ਤੱਕ ਇਹਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਨੁਕਸਾਨ ਹੋ ਸਕਦਾ। ਸੋ ਜਿਹੜਾ ਅੱਜ ਕੱਲ੍ਹ ਜੋ ਘਟਨਾਵਾਂ ਵਾਪਰ ਰਹੀਆਂ, ਜੇ ਉਹਨਾਂ ਨੂੰ ਗੌਰ ਨਾ ਬਚੀਏ ਸ਼ਾਇਦ ਉਹ ਘਟਨਾਵਾਂ ਓਨੀਆਂ ਸੁਖਨਵਰ ਨਹੀਂ ਹਨ ਜਿੰਨੀਆਂ ਕਿ ਹੋਣੀਆਂ ਚਾਹੀਦੀਆਂ ਹਨ। ਸੋ ਮੈਂ ਹਮੇਸ਼ਾ ਉਹਨਾਂ ਘਟਨਾਵਾਂ ਤੋਂ ਥੋੜਾ ਜਿਹਾ ਦੁਖੀ ਵੀ ਹਾਂ। ਪਰ ਇੰਟਰਨੈਸ਼ਨਲ ਲੈਵਲ ਤੇ ਜਿਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਟਵੀਟਸ ਮਿਲੇ ਆ ਔਰ ਜਿਸ ਤਰੀਕੇ ਦੇ ਨਾਲ ਬੜੀ ਇੰਟਰਨੈਸ਼ਨਲ ਜਿਹੜੀਆਂ ਸੈਲੀਬ੍ਰਿਟੀਜ਼ ਹੈ ਉਹ ਖੁੱਲ ਕੇ ਸਾਹਮਣੇ ਆਈਆਂ, ਤੇ ਉਹਦੇ ਮੁਕਾਬਲੇ ਜਿਹੜੀਆਂ ਹਿੰਦੁਸਤਾਨ ਦੀਆਂ ਸੈਲੀਬ੍ਰਿਟੀ ਸੀਗੀਆਂ ਜਿਵੇਂ ਉਹ ਪੂਛ ਦਬਾ ਕੇ ਪਿੱਛੇ ਨੂੰ ਭੱਜੀਆਂ ਜਾਂ ਉਹਨਾਂ ਨੇ ਮੋਦੀ ਦਾ ਜਿਵੇਂ ਸਾਥ ਦਿੱਤਾ, ਇਹ ਬਹੁਤ ਕੁਝ ਮੋਰਚੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ। ਮੈਂ ਸਮਝਦਾ ਕਿ ਅੰਦੋਲਨ ਦਾ ਪਤਾ ਨਹੀਂ ਆਉਣ ਵਾਲੇ ਭਵਿੱਖ 'ਚ ਫਾਇਦਾ ਹੋਣਾ ਜਾਂ ਨਹੀਂ ਹੋਣਾ, ਪਰ ਸਿੱਖਾਂ ਨੂੰ, ਖਾਸ ਕਰਕੇ ਕਿਸਾਨਾਂ ਨੂੰ, ਚਾਹੇ ਉਹ ਯੂਪੀ ਦੇ ਕਿਸਾਨ ਹਨ ਜਾਂ ਹਰਿਆਣੇ ਦੇ ਕਿਸਾਨ ਹਨ, ਮੈਂ ਸਮਝਦਾ ਕਿ ਉਹਨਾਂ ਨੂੰ ਆਪਣਾ ਮੁੱਲ ਔਰ ਆਪਣੇ ਹਾਲਾਤ ਜ਼ਰੂਰ ਪਤਾ ਲੱਗ ਚੁੱਕੇ ਹਨ ਕਿ ਹਿੰਦੁਸਤਾਨ ਦੀ ਧਰਤੀ ਉੱਤੇ ਕੌਣ ਸਾਡੇ ਨਾਲ ਖੜਾ ਹੈ ਤੇ ਕੌਣ ਸਾਡੇ ਨਾਲ ਨਹੀਂ ਖੜਾ। ਬਹੁਤ ਵਧੀਆ ਭਾਜੀ, ਜਿਹੜੇ ਤੁਸੀਂ ਸਾਰੇ ਵਿਚਾਰ ਦਿੱਤੇ ਨੇ। ਮੇਰੇ ਜਿਹੜੇ ਟਕੈਤ ਸਾਹਿਬ ਦੇ ਆਉਣ ਤੋਂ ਬਾਅਦ ਜੋ ਉਸ ਵਿੱਚ ਵਾਧਾ ਹੋਇਆ ਉਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਆਪਣੇ ਜਿਹੜੇ ਉੱਥੇ ਲੋਕਾਂ ਨੇ ਜਦੋਂ ਆਵਾਜ਼ ਮਾਰੀ ਆ ਤੇ ਇੰਨੇ ਲੋਕ ਇਕੱਠੇ ਹੋਏ ਨੇ। ਪਹਿਲਾਂ ਉੱਥੇ ਬਹੁਤ ਭੀੜ ਘੱਟ ਸੀ ਟਿੱਕਰੀ ਬਾਰਡਰ ਤੇ, ਹੁਣ ਉਹ ਜਿਹੜੀ ਆ ਤਿਗਣੀ ਚੌਗਣੀ ਭੀੜ ਹੋ ਗਈ ਆ। ਤੇ ਮੇਰੇ ਖਿਆਲ ਵਿੱਚ ਥੋੜਾ ਜਿਹਾ ਬੜਾਵਾ ਟਕੈਤ ਸਾਹਿਬ ਨੇ ਜ਼ਰੂਰ ਇਸ ਜਿਹੜੇ ਸੰਘਰਸ਼ ਨੂੰ ਜਿਹੜਾ ਉੱਤੇ ਨੂੰ ਚੁੱਕਿਆ ਹੈ। ਤੇ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ 26 ਤਰੀਕ ਦੀ ਘਟਨਾਵਾਂ ਸੀ, ਇਹ ਬਹੁਤ ਜ਼ਿਆਦਾ ਕੋਈ ਵਧੀਆ ਕੰਮ ਨਹੀਂ ਕੀਤਾ, ਲੇਕਿਨ ਫਿਰ ਵੀ ਜਿਹੜੇ ਮਜ਼ਦੂਰਾਂ ਤੇ ਆਪਣੇ ਫਾਰਮਰਸ ਦਾ ਜਿਹੜਾ ਮਨੋਬਲ ਹੈ ਅਜੇ ਤੱਕ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ। ਮੇਰੇ ਖਿਆਲ ਵਿੱਚ ਆਉਂਦੇ ਕੁਛ ਦਿਨਾਂ ਵਿੱਚ ਇਸ ਵਿੱਚ ਹੋਰ ਵੀ ਵਡੌਤੀ ਹੋਵੇਗੀ, ਲੋਕ ਹੋਰ ਵੀ ਆ ਰਹੇ ਨੇ। ਇਹ ਬਹੁਤ ਆਵਾਜ਼ਾਂ ਪੈ ਰਹੀਆਂ ਸਾਰਿਆਂ ਨੂੰ, ਤੇ ਅਸੀਂ ਵੀ ਇਸ ਮੀਡੀਅਮ ਦੇ ਥਰੂ ਹਰ ਇੱਕ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜੇ ਬੰਦੇ ਅਜੇ ਤੱਕ ਉੱਥੇ ਕਦੀ ਨਹੀਂ ਗਏ ਉਹ ਇੱਕ ਵਾਰੀ ਜ਼ਰੂਰ ਫੇਰਾ ਪਾ ਕੇ ਆਉਣ, ਤਾਂ ਕਿ ਹੋਰ ਨਹੀਂ ਤੇ ਇੱਕ ਤੇ ਜਿਹੜਾ ਪਤਾ ਤਾਂ ਲੱਗੇ ਕਿ ਕਿਤਨੇ ਲੋਕ ਜਿਹੜੇ ਆ ਸਾਡੇ ਇਸ ਸੰਘਰਸ਼ ਨਾਲ ਹਾਂ ਨਾਲ ਹਾਰ ਮਨਾਉਣ ਨੂੰ ਤਿਆਰ ਹੋਏ ਨੇ। ਤੇ ਪਰਮਿੰਦਰ ਸਿੰਘ ਸਾਹੀ ਸਾਹਿਬ, ਸੇਮ ਕੁਐਸਚਨ ਤੁਹਾਡੇ ਤੇ ਆ ਜੀ, ਕਿ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਕਿਸਾਨ ਸੰਘਰਸ਼ ਹੈ, ਇਹਦੀ ਕੀ ਮੰਜ਼ਿਲ ਹੈ ਤੇ ਉਹ ਮੰਜ਼ਿਲ ਤੱਕ ਪੁੱਜਣ ਲਈ ਕੀ ਕਰਨਾ ਚਾਹੀਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲ ਭਾਜੀ ਤੇ ਉਹ ਵੀ ਭਾਜੀ ਜਿਹੜੇ ਕੈਨੇਡਾ ਤੋਂ ਨਾਲ ਜਿਨ੍ਹਾਂ ਨੇ ਸਾਨੂੰ ਜੋੜਿਆ ਇਸ ਪ੍ਰੋਗਰਾਮ ਚਰਚਾ ਦੇ ਵਿੱਚ, ਤੁਹਾਡਾ ਦੋਵਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਔਰ ਜਿਹੜਾ ਤੁਹਾਡਾ ਵਿਸ਼ਾ ਹੈ ਜੀ ਅੱਜ ਦਾ, ਬਹੁਤ ਹੀ ਦਿਲ ਟੁੰਬਵਾਂ ਵਿਸ਼ਾ ਕਹਿ ਸਕਦੇ ਹਾਂ। ਅੱਜ ਦੀ ਤਰੀਕ ਦੇ ਵਿੱਚ ਜਿੱਥੇ ਵੀ ਕਿਤੇ ਗੱਲ ਕੀਤੀ ਜਾਂਦੀ ਹੈ, ਉਹ ਇਹ ਨਹੀਂ ਹੋ ਸਕਦਾ ਕਿ ਇਸ ਕਿਸਾਨ ਮੋਰਚੇ ਬਾਰੇ ਜਾਂ ਕਿਸਾਨੀ ਸੰਘਰਸ਼ ਬਾਰੇ ਕਦੀ ਕਿਤੇ ਇਹ ਜ਼ਿਕਰ ਨਾ ਹੋਵੇ। ਜਿੱਥੇ ਵੀ ਦੋ ਭੈਣ ਭਰਾ, ਸੱਜਣ ਮਿੱਤਰ, ਯਾਰ ਦੋਸਤ, ਪਰਿਵਾਰ ਜੁੜ ਕੇ ਬੈਠਦੇ ਨੇ, ਇਸ ਕਿਸਾਨ ਮੋਰਚੇ ਦੀ ਗੱਲਬਾਤ ਉੱਥੇ ਜ਼ਰੂਰ ਹੁੰਦੀ ਆ। ਜਿੱਥੋਂ ਤੱਕ ਤੁਹਾਡਾ ਸਵਾਲ ਹੈ
ਉਹ ਗਲਤ ਹੋਇਆ, ਠੀਕ ਹੋਇਆ, ਕਿਵੇਂ ਹੋਇਆ, ਉਹਨਾਂ ਸਾਰੀਆਂ ਗੱਲਾਂ ਦੀ ਸਵੈ ਪੜਚੋਲ ਕਰਨ ਦੀ ਸਾਨੂੰ ਲੋੜ ਹੈ। ਇਹ ਅਜੇ ਬਹੁਤ ਅਰਲੀ ਹੋਏਗਾ ਕਿ ਅਸੀਂ ਉਸ ਗੱਲ ਤੇ ਕਿਸੇ ਗੱਲ ਤੇ ਪਹਿਰਾ ਦੇ ਕੇ ਕਹਿ ਸਕੀਏ ਕਿ ਇੱਥੇ ਆਹ ਗਲਤ ਸੀ, ਇੱਥੇ ਆਹ ਠੀਕ ਸੀ। ਜਿੰਨਾ ਚਿਰ ਅਸੀਂ ਸੰਘਰਸ਼ ਦੇ ਚੱਲ ਰਹੇ ਹਾਂ, ਮੈਂ ਸਮਝਦਾ ਕਿ ਇਹਨੂੰ ਸੰਘਰਸ਼ ਦਾ ਇੱਕ ਪੜਾਅ ਦਰ ਪੜਾਅ ਹਿੱਸਾ ਮੰਨਣਾ ਚਾਹੀਦਾ, ਜਿਵੇਂ ਵੀ ਹੋ ਰਿਹਾ। ਹੁਣ ਤੱਕ ਤਕਰੀਬਨ 175 ਜਿਹੜੀਆਂ ਮੌਤਾਂ ਹੋਈਆਂ ਨੇ, ਉਹਦੇ ਵਿੱਚੋਂ ਸਭ ਤੋਂ ਜਿਹੜੀ ਲਾਸਾਨੀ ਜਿਹੜੀ ਸ਼ਹਾਦਤ ਉਹਦੇ ਵਿੱਚ ਮੈਂ ਕਹਿ ਸਕਦਾ ਜਿਹੜੀ ਉਹ ਡਿਬਡਬਾ ਪਿੰਡ ਦੇ ਉੱਤਰਾਖੰਡ ਦੇ ਜਿਹੜੇ ਨੌਜਵਾਨ ਨੇ ਦਿੱਤੀ ਹੈ। ਬਾਕੀ ਹੁਣ ਤੱਕ ਜਿਹੜੇ ਸਾਰੇ ਸੀ ਉਹ ਐਕਸੀਡੈਂਟ 'ਚ ਹੋਏ, ਠੰਡ ਨਾਲ ਹੋਈਆਂ ਮੌਤਾਂ, ਜਾਂ ਕੁਛ ਨੇ ਜਿਹੜਾ ਖੁਦਕੁਸ਼ੀ ਕੀਤੀ। ਪਰ ਇਹ ਸ਼ਹਾਦਤ ਦੱਸ ਸਕਦੇ ਹਾਂ ਕਿ ਜਿਹੜੀ ਉਸ ਮੁੰਡੇ ਨੇ ਦਿੱਤੀ ਆ। ਤੇ ਇੱਕ ਵੱਡੀ ਧਿਰ ਜਿਹੜੀ ਕਿਸਾਨ ਸੰਘਰਸ਼ ਦੀ ਆ, ਖਾਸ ਤੌਰ ਤੇ ਇਹ ਗੱਲ ਉਦੋਂ ਵੀ ਦੇਖਣ ਵਾਲੀ ਹੈ ਕਿ ਜਦੋਂ ਪੰਜਾਬ ਨਾਲ ਜੁੜੇ ਸੰਘਰਸ਼ ਦੇ ਵਿੱਚ, ਪੰਜਾਬੀਅਤ ਨਾਲ, ਸਿੱਖੀ ਨਾਲ ਜੁੜੇ ਜਿਹੜੇ ਉਹ ਸੰਘਰਸ਼ ਦੇ ਵਿੱਚ ਜੁੜੇ ਨੇ ਕਿਸਾਨ, ਉਹ ਇਸ ਨੂੰ ਅਜੇ ਸ਼ਹਾਦਤ ਮੰਨਣ ਲਈ ਤਿਆਰ ਹਨ ਜਾਂ ਨਹੀਂ, ਇਹ ਦੇਖਣ ਵਾਲਾ ਇੱਕ ਸਵਾਲ ਹੈ। ਦੂਜੇ ਪਾਸੇ ਜਿੱਥੋਂ ਤੱਕ ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਹੈ, ਇੱਕ ਬਹੁਤ ਵੱਡਾ ਧੱਬਾ ਜਿਹੜਾ ਉਹ ਧੋਣ ਜਾ ਰਹੇ ਨੇ ਕਿਸਾਨ। ਬਹੁਤ ਵਧੀਆ ਸੰਘਰਸ਼ ਉਹਨਾਂ ਦਾ ਚੱਲ ਰਿਹਾ ਸੀ ਤੇ ਚੱਲ ਰਿਹਾ ਹੈ। ਜਿੱਥੋਂ ਤੱਕ ਸਾਡੇ ਪਹਿਲੇ ਬੁਲਾਰੇ ਟਾਂਡਾ ਸਾਹਿਬ ਨੇ ਵੀ ਕਿਹਾ ਕਿ ਇੱਕ ਤਰ੍ਹਾਂ ਦਾ 26 ਤਰੀਕ ਤੋਂ ਪਹਿਲਾਂ ਦਾ ਕੁਝ ਹੋਰ ਮਾਹੌਲ ਸੀ। ਠੀਕ ਹੈ, 26 ਤਰੀਕ ਤੱਕ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਮਾਹੌਲ ਸੀ। 26 ਤਰੀਕ ਤੋਂ ਬਾਅਦ ਇੱਕਦਮ ਇਹੋ ਜਿਹੀਆਂ ਕੁਝ ਘਟਨਾਵਾਂ ਹੋਈਆਂ ਜਿਹਦਾ ਕਿ ਅਸੀਂ ਸਾਰਿਆਂ ਨੇ, ਸਪੈਸ਼ਲੀ ਸਰਕਾਰੀ ਤੰਤਰ ਵੱਲੋਂ ਜਿਹੜਾ ਬਹੁਤ ਭੰਡੀ ਪ੍ਰਚਾਰ ਕੀਤਾ ਗਿਆ, ਜਿਹਦੇ ਵਿੱਚ ਸਾਡੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਵੀ ਉਹਨੂੰ ਉਸ ਤਰੀਕੇ ਨਾਲ ਸਟੈਂਡ ਨਹੀਂ ਲਿਆ ਜਿੱਦਾਂ ਦਾ ਮੈਂ ਸਮਝਦਾ ਕਿ ਉਹਨਾਂ ਨੂੰ ਲੈਣਾ ਚਾਹੀਦਾ ਸੀ। ਉਸ ਅਸੀਂ ਗੱਲ ਵਿੱਚ ਨਾ ਵੀ ਅਜੇ ਜਾਈਏ ਜੇ, ਕਿਉਂਕਿ ਅਸੀਂ ਅਜੇ ਕੋਈ ਜੱਜ ਨਹੀਂ ਬਣਨਾ ਚਾਹੁੰਦੇ। ਉਹਦੇ ਅਜੇ ਬਹੁਤ ਸਮਾਂ ਆਏਗਾ ਜਦੋਂ ਇਹਨਾਂ ਚੀਜ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ, ਪੜਚੋਲ ਕੀਤੀ ਜਾ ਸਕਦੀ ਹੈ। ਪਰ ਜੋ ਸੰਘਰਸ਼ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਲ ਸਾਹਿਬ, ਜੋ ਮੈਨੂੰ ਦਿਖ ਰਿਹਾ ਹੈ ਕਿ ਇਸ ਸੰਘਰਸ਼ ਦੇ ਦੋ ਪਹਿਲੂ ਨੇ। ਜੇ ਤਾਂ ਅਸੀਂ ਇਸ ਸੰਘਰਸ਼ ਨੂੰ ਸਿਰਫ ਪੰਜਾਬੀਅਤ ਦਾ ਤੇ ਸਿੱਖੀ ਦਾ ਸੰਘਰਸ਼ ਮੰਨਣਾ, ਤੇ ਇੱਕ ਬਹੁਤ ਵੱਡੀ ਜਿਹੜੀ ਬਹੁਤਾਇਤ ਦੀ ਜਿਹੜੀ ਗਿਣਤੀ ਹੈ, ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਹੈ, ਸਿੱਖਾਂ ਨਾਲ ਜਿਨ੍ਹਾਂ ਦੇ ਤਾਰ ਜੁੜੇ ਨੇ, ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਇਹ ਸੰਘਰਸ਼ ਜਿਹੜਾ ਹੈ ਇਹ ਇੱਕ ਕਾਮਰੇਡੀ ਸੰਘਰਸ਼ ਬਣ ਕੇ ਰਹਿ ਗਿਆ। ਦੂਜੇ ਪਾਸੇ ਇੱਕ ਬਹੁਤ ਵੱਡੀ ਜਮਾਤ ਜਿਹੜੀ ਹੈ ਉਹ ਗਰਮ ਖਿਆਲੀਆਂ ਦੀ ਹੈ। ਉਹਨਾਂ ਨੂੰ ਇੱਕ ਦਿਸਦਾ ਹੈ ਕਿ ਸਾਡੇ ਵਾਸਤੇ ਇੱਕ ਬਹੁਤ ਵਧੀਆ ਮੌਕਾ ਹੈ ਜਿਹਦਾ ਅਸੀਂ ਫਾਇਦਾ ਉਠਾਈਏ, ਤੇ ਅਸੀਂ ਉੱਥੇ ਜਾ ਕੇ ਕਿਸਾਨੀ ਸੰਘਰਸ਼ ਦੇ ਨਾਲ ਨਾਲ ਅਸੀਂ ਪੰਜਾਬ ਦੇ ਹਿੱਤਾਂ ਦੀ ਵੀ ਗੱਲ ਕਰੀਏ, ਸਿੱਖਾਂ ਦੀ ਵੀ ਗੱਲ ਕਰੀਏ, ਸਿੱਖੀ ਦੀ ਵੀ ਗੱਲ ਕਰੀਏ। ਤੇ ਕੁੱਲ ਮਿਲਾ ਕੇ ਜੇ ਮੈਂ ਇਹ ਕਹਾਂ, ਜੇ ਮੈਂ ਲੀਡਰਾਂ ਦੀ ਗੱਲ ਕਰਾਂ, ਇਹਦੇ 'ਚ ਕੋਈ ਅਤਕਥਨੀ ਨਹੀਂ ਬਲ ਸਾਹਿਬ। ਹੁਣ ਤੱਕ ਜਿਹੜੇ ਕਿਸਾਨੀ ਸੰਘਰਸ਼ ਦੇ ਜਿਹੜੇ 40 ਲੀਡਰ ਰਹੇ ਨੇ, ਉਹ ਕਹਿਣ ਨੂੰ ਜ਼ਰੂਰ ਸਾਡੇ ਲੀਡਰ ਨੇ, ਪਰ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਆਪਣੇ ਪ੍ਰੈਸ਼ਰ ਹੇਠ, ਆਪਣੇ ਦਬਾਅ ਹੇਠ ਉਹਨਾਂ ਨੂੰ ਸਿਰਫ ਇੱਕ ਤਰ੍ਹਾਂ ਦਾ ਅਸੀਂ ਪਿਆਦਾ ਬਣਾ ਕੇ ਸਰਕਾਰ ਕੋਲ ਗੱਲਬਾਤ ਕਰਨ ਵਾਸਤੇ ਐਜ਼ ਏ ਮੈਸੇਂਜਰ ਭੇਜਿਆ। ਜੇ ਹੁਣ ਤੱਕ ਕੋਈ ਇਸ ਘੋਲ ਚੋਂ ਜੇ ਕੋਈ ਲੀਡਰ ਨਿਕਲ ਕੇ ਆਇਆ, ਤਾਂ ਉਹ ਮੈਂ ਸਿਰਫ ਕਹਿ ਸਕਦਾ ਕਿ 26 ਤਰੀਕ ਵਾਲੇ ਇਨਸੀਡੈਂਟ ਤੋਂ ਬਾਅਦ ਰਾਕੇਸ਼ ਟਕੈਤ ਇੱਕ ਬਹੁਤ ਵੱਡੇ ਲੀਡਰ ਵਜੋਂ ਉੱਭਰ ਕੇ ਬਾਹਰ ਆਇਆ, ਔਰ ਜਿਹਨੇ ਸਿੱਖਾਂ ਦੇ ਹੱਕ ਵਿੱਚ ਵੀ ਹਾਂ ਦਾ ਨਾਰਾ ਮਾਰਿਆ। ਇਸ ਕਰਕੇ ਮੈਂ ਉਹਨੂੰ ਕੋਟ ਪ੍ਰਣਾਮ ਕਰਦਾ। ਪਰ ਮੈਂ ਨਾਲ ਇਹ ਵੀ ਦੱਸ ਦਿਆਂ ਕਿ ਇਹ ਜਿਹੜੀ ਲੜਾਈ ਹੈ, ਇਹ ਸਕਸੈਸਫੁਲ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਸੀ ਪਹਿਲੇ 26 ਜਨਵਰੀ ਤੋਂ ਪਹਿਲਾਂ, ਕਿ ਇਹਦੇ ਵਿੱਚ ਕੋਈ ਆਪ ਮੁਹਾਰਾ ਹੋ ਕੇ ਲੀਡਰ ਨਹੀਂ ਚੱਲਿਆ। ਇਹਦੇ ਵਿੱਚ ਸਾਰੀ ਲੋਕਾਈ, ਸਾਰੇ ਕਿਸਾਨ, ਉਸ 40 ਸਿਰਾਂ ਨੇ ਇਕੱਠੇ ਸਿਰ ਜੋੜ ਕੇ ਬੈਠ ਕੇ ਕੰਮ ਕੀਤਾ, ਗੱਲਬਾਤ ਕੀਤੀ, ਜਿਹਦੇ ਵਿੱਚ ਕਿਸੇ ਦੇ ਵਿੱਚ ਕੋਈ ਮੈਂ ਨਹੀਂ ਆਇਆ। ਜੇ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗਾਂ ਦੇ ਵਿੱਚ ਕੋਈ ਤਕਰਾਰ ਹੋਇਆ ਵੀ ਹੈ, ਪਰ ਉਹ ਆਮ ਸੰਗਤ ਦੇ ਵਿੱਚ ਨਹੀਂ ਆਇਆ। ਪਰ ਇਸ ਨਿਰਸੰਦੇਹ ਇਸ ਸਾਰੇ ਘੋਲ ਦੇ ਵਿੱਚ ਜੇ ਅੱਜ ਤੱਕ ਦੇਖੀਏ ਉਹਨੂੰ ਕਿਸ ਪਰਫੈਕਟ 'ਚ ਦੇਖਣਾ, ਤੇ ਮੈਂ ਕਹਿ ਸਕਦਾ ਕਿ ਰਾਕੇਸ਼ ਟਕੈਤ ਇੱਕ ਬਹੁਤ ਵੱਡੇ ਲੀਡਰ ਵਜੋਂ ਉੱਭਰ ਕੇ, ਖਾਸ ਤੌਰ ਤੇ ਕਿਸਾਨੀ ਸੰਘਰਸ਼ ਦੇ ਲੀਡਰ ਵਜੋਂ ਉੱਭਰ ਕੇ ਆਇਆ। ਤੇ ਜਿਹੜਾ ਸੰਘਰਸ਼ ਪੰਜਾਬ ਤੇ ਸਿੱਖੀ ਵੱਲੋਂ ਸ਼ੁਰੂ ਕੀਤਾ ਗਿਆ ਸੀ, ਸਿੱਖਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਉਹ ਹੁਣ ਪਿੱਛੇ ਪੈ ਗਿਆ ਜਾਪਦਾ। ਹੁਣ ਅੱਜ ਦੀ ਤਰੀਕ ਦੇ ਵਿੱਚ ਇਹ ਸੰਘਰਸ਼ ਜਿਹੜਾ ਹੈ ਉਹ ਕਿਸਾਨੀ ਸੰਘਰਸ਼ ਹੈ, ਤੇ ਖਾਸ ਤੌਰ ਤੇ ਯੂਪੀ ਤੇ ਹਰਿਆਣੇ ਦੇ ਜਿਹੜੇ ਲੋਕ ਨੇ, ਉਹ ਇਹਨਾਂ ਦਾ ਬੋਲਬਾਲਾ ਜਿਹੜਾ ਇਸ ਸੰਘਰਸ਼ ਦੇ ਵਿੱਚ ਪੰਜਾਬ ਦੇ ਸੰਘਰਸ਼ ਨਾਲੋਂ ਜ਼ਿਆਦਾ ਪ੍ਰਤੀਤ ਹੁੰਦਾ ਜਾ ਰਿਹਾ। ਹਾਂਜੀ ਭਾਈ ਸਾਹਿਬ, ਬਿਲਕੁਲ ਤੁਹਾਡਾ ਬਹੁਤ ਅੱਛੇ ਵਿਚਾਰ ਨੇ। ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਟਕੈਤ ਸਾਹਿਬ ਨੇ ਜਿਹੜਾ ਹੁੰਗਾਰਾ ਉੱਥੇ ਦਿੱਤਾ ਆ, ਉਹਦੇ ਨਾਲ ਕਾਫੀ ਫਰਕ ਪਿਆ ਆ। ਅਸੀਂ ਇਹ ਵੀ ਸੋਚਦੇ ਹਾਂ ਕਿ ਇਹ ਜਿਹੜਾ ਸੰਘਰਸ਼ ਹੈ, ਇਹਦੇ ਵਿੱਚ ਹੁਣ ਸਾਨੂੰ ਜਿਹੜੀ ਮੰਜ਼ਿਲ ਤੈਅ ਦੀ ਇਹ ਆ ਕਿ ਜੇ ਕਾਨੂੰਨ ਰੱਦ ਹੋਣਗੇ ਕਿ ਨਹੀਂ ਹੋਣਗੇ, ਇਹਦੇ ਬਾਰੇ ਅਜੇ ਅਸੀਂ ਕੋਈ ਅੰਦਾਜ਼ਾ ਲਾ ਨਹੀਂ ਸਕਦੇ, ਕਿਉਂਕਿ ਮੋਦੀ ਦੀ ਕੋਈ ਉਹਦੇ ਕੰਨ ਦੇ ਉੱਤੇ ਕੋਈ ਜੂ ਨਹੀਂ ਰਹੀ ਗਈ। ਉਸਨੂੰ ਇਹ ਗੱਲ ਦਾ
ਬਹੁਤ ਹੀ ਜ਼ਿਆਦਾ ਕੋਈ ਗੁਮਾਨ ਹੈ ਜਾਂ ਅਭਿਮਾਨ ਕਹਿ ਸਕਦੇ ਹਾਂ, ਜਾਂ ਉਹਨੂੰ ਫਖਰ ਹੈ ਕਿ ਮੈਂ PM ਹੈ ਤੇ ਮੈਂ ਸ਼ਾਇਦ ਪਤਾ ਨਹੀਂ ਕਿੰਨੇ ਕੁ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਬਹੁਤ ਬੁਰੇ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਜਿਹੜੀ ਹੈਗੀ ਆ ਉਹਦੇ ਉੱਤੇ ਇਹ ਸਾਬਤ ਹੋ ਰਿਹਾ ਹੈ ਕਿ ਇਹ ਬੰਦਾ ਬਿਲਕੁਲ ਇਸ ਕੰਮ ਦੇ ਕਾਬਿਲ ਨਹੀਂ ਸੀ, ਇਸ ਪਦਵੀ ਦੇ ਕਾਬਿਲ ਨਹੀਂ ਸੀ, ਕਿਉਂਕਿ ਅਜੇ ਤੱਕ ਜਿਹੜੇ ਪ੍ਰਧਾਨ ਮੰਤਰੀ ਹੋਏ ਨੇ ਕੁਛ ਨਾ ਕੁਛ ਐਜੂਕੇਸ਼ਨ, ਕੁਛ ਨਾ ਕੁਛ ਉਹਨਾਂ ਕੋਲ ਸੀ, ਜਿਸ ਕਰਕੇ ਉਹਨਾਂ ਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਕਿਸੇ ਨਾਲ ਐਡਾ ਵੱਖਵਾਦ ਤੇ ਐਡਾ ਕਾਰਪੋਰੇਸ਼ਨ ਨੂੰ ਅੱਗੇ ਲਿਆ ਕੇ ਲੋਕਾਂ ਦੇ ਹਿੱਤ ਨੂੰ ਸੱਟ ਮਾਰਨੀ ਕਿਸੇ ਨੇ ਨਹੀਂ ਕੀਤੀ ਸੀ। ਇਹ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਨੇ ਕਾਰਪੋਰੇਸ਼ਨ ਅੰਬਾਨੀ ਦੇ ਨਾਲ ਰਲ ਕੇ ਸਾਡੇ ਕੋਲੋਂ ਸਾਡੀਆਂ ਜ਼ਮੀਨਾਂ ਦੇ ਉੱਤੇ ਵੀ ਜਿਹੜਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਤੇ ਟਾਂਡਾ ਸਾਹਿਬ, ਤੁਸੀਂ ਇੱਕ ਸੰਸਥਾ ਵੀ ਚਲਾ ਰਹੇ ਹੋ, ਸਾਹੀ ਸਾਹਿਬ ਤੁਸੀਂ ਵੀ, ਤੇ ਮੈਂ ਕੁਐਸਚਨ ਟਾਂਡਾ ਸਾਹਿਬ ਨੂੰ ਕਰਾਂਗਾ, ਜਿਹੜੀ ਸਿੱਖਸ ਫਾਰ ਹਿਊਮੈਨਿਟੀ ਆ ਉਹਦੇ ਵਿੱਚ ਤੁਸੀਂ ਕਿੰਨਾ ਕੁ ਯੋਗਦਾਨ, ਜਿਹੜਾ ਕਿੰਨੇ ਕੁ ਕੰਮ ਕੀਤੇ ਨੇ? ਅਜੇ ਤਾਈਂ ਬਹੁਤ ਕੀਤੇ ਨੇ ਮੈਨੂੰ ਪਤਾ ਆ, ਪਰ ਕੋਈ ਥੋੜੀ ਬਹੁਤੀ ਜਿਹੜੀ ਲਿਸਟ ਹੈ ਉਹ ਜਿਹੜੇ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਸੀ ਟਾਂਡਾ ਸਾਹਿਬ। ਹਾਂਜੀ ਬਲ ਸਾਹਿਬ, ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਸਿੱਖਸ ਫਾਰ ਹਿਊਮੈਨਿਟੀ ਜਿਹੜੀ ਐਜ਼ ਏ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਤਾਂ ਅਸੀਂ ਕੋਈ 2018 ਦੇ ਵਿੱਚ ਰਜਿਸਟਰਡ ਕਰਵਾਈ ਸੀਗੀ, ਜਦੋਂ ਪੈਰਾਡਾਈਜ਼ ਦਾ ਦੁਖਾਂਤ ਵਾਪਰਿਆ, ਜਦੋਂ ਉਦੋਂ ਅੱਗ ਲੱਗੀ ਹੈ। ਪਰ ਜੇ ਕੰਮਾਂ ਦੀ ਗੱਲ ਅਸੀਂ ਕਰੀਏ ਤੇ ਇਹ ਕੰਮ ਕਰਦੇ ਨੂੰ ਸਾਨੂੰ ਲਗਭਗ ਹੁਣ ਇੱਕ ਦਹਾਕਾ ਹੋ ਚੱਲਿਆ। ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਲੋਕਲੀ ਅਸੀਂ ਕੀਤੀ ਸੀ ਉਹ ਹੋਮਲੈਸ ਸ਼ੈਲਟਰ ਜਿਹੜਾ ਹੈਗਾ ਆਪਣੇ ਸਟਾਕਟਨ ਦੇ ਵਿੱਚ, ਇੱਥੋਂ ਫੂਡ ਲੈ ਕੇ ਜਾਣ ਦੀ ਹੋਮਲੈਸ ਲੋਕਾਂ ਵਾਸਤੇ ਮਹੀਨੇ 'ਚ ਇੱਕ ਵਾਰੀ ਅਸੀਂ ਕੋਈ 200-250 ਪ੍ਰਾਣੀਆਂ ਨੂੰ ਅਸੀਂ ਲੰਗਰ ਛਕਾਉਣ ਦਾ, ਜਾਂ ਕਹਿ ਲਓ ਕਿ ਇੱਕ ਟਾਈਮ ਦਾ ਜਿਹੜਾ ਫੂਡ ਹੈਗਾ ਉਹ ਦੇਣ ਦੀ ਸ਼ੁਰੂਆਤ ਕੀਤੀ ਸੀਗੀ। ਔਰ ਇਸ ਤੋਂ ਬਾਅਦ ਜਿਹੜੀ ਫਾਰਮਲੀ ਸੇਵਾ, ਇਸ ਤੋਂ ਇਲਾਵਾ ਸਿੱਖਸ ਫਾਰ ਹਿਊਮੈਨਿਟੀ ਜਿਹੜੀ ਹੈ ਉਹਨਾਂ ਦੇ ਉਸੇ ਬੈਨਰ ਦੇ ਹੇਠ ਜਾਂ ਉਸ ਤੋਂ ਵੀ ਪਹਿਲਾਂ ਕਹਿ ਲਓ ਬਲੱਡ ਕੈਂਪ ਜਿਹੜੇ ਹੈਗੇ ਆ ਉਹ ਅਸੀਂ ਕਾਫੀ ਆਲਮੋਸਟ ਸਾਲ ਦੇ ਵਿੱਚ 2 ਜਾਂ 3 ਬਲੱਡ ਕੈਂਪ ਜਿਹੜੇ ਆ ਸਟਾਕਟਨ, ਟ੍ਰੇਸੀ, ਫਰੀਮਾਂਟ ਔਰ ਇਹ ਸਾਰੇ ਜਿੰਨੇ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਅਸੀਂ ਸਾਲ ਦੇ ਵਿੱਚ ਕੋਈ ਜੇਕਰ ਕੁੱਲ ਮਿਲਾ ਕੇ ਦੇਖਿਆ ਹੋਵੇ ਕੋਈ 6 ਤੋਂ ਲੈ ਕੇ 8 ਜਿਹੜੇ ਬਲੱਡ ਕੈਂਪ ਆ ਉਹ ਲਾਏ ਜਾਂਦੇ ਆ। ਉਸ ਤੋਂ ਬਾਅਦ 2017 ਦੇ ਵਿੱਚ ਜਦੋਂ ਹੂਸਟਨ ਦੇ ਵਿੱਚ ਫਲੱਡ ਆਇਆ ਤਾਂ ਉਹਦੇ ਵਿੱਚ ਅਸੀਂ ਕੋਈ 3-4 ਮੈਂਬਰ ਇੱਥੋਂ ਫਲਾਈ ਕਰਕੇ ਉੱਥੇ ਪਹੁੰਚੇ। ਉੱਥੇ ਖਾਲਸਾ ਏਡ ਦੇ ਵਰਕਰ ਸੀ, ਉਹਨਾਂ ਦੇ ਨਾਲ ਸਾਨੂੰ 3-4 ਦਿਨ ਦਾ ਕੰਮ ਕਰਨ ਦਾ ਮੌਕਾ ਮਿਲਿਆ। ਧਾਲੀਵਾਲ ਹੋਣੀ ਜਿਨ੍ਹਾਂ ਦੀ ਅਨਫੋਰਚੂਨੇਟਲੀ ਲਾਸਟ ਈਅਰ ਜਿਨ੍ਹਾਂ ਦੀ ਡੈਥ ਹੋ ਗਈ ਸੀ, ਜਿਨ੍ਹਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਸੀ, ਪੁਲਿਸ ਆਫਿਸਰ, ਉਹਨਾਂ ਦੇ ਨਾਲ ਵੀ ਸਾਨੂੰ 3-4 ਦਿਨ ਕੰਮ ਉੱਥੇ ਕਰਨ ਦਾ ਮੌਕਾ ਮਿਲਿਆ। ਜਦੋਂ ਉੱਥੋਂ ਵਾਪਸ ਆਏ ਤੇ ਇਮੀਡੀਏਟ ਬਾਅਦ ਕੋਈ 15-20 ਦਿਨ, ਮਹੀਨੇ ਕੁ ਦੇ ਬਾਅਦ ਕਰੀਬ ਜਿਹੜਾ ਸੈਂਟਾ ਰੋਜ਼ਾ ਫਾਇਰ ਜਿਹੜੀ ਉਹ ਸ਼ੁਰੂ ਹੋ ਗਈ ਸੀ। ਤਾਂ ਉਸ ਵੇਲੇ ਅਸੀਂ ਇਹ ਮਹਿਸੂਸ ਕੀਤਾ ਕਿ ਸਾਰੇ ਜਿਹੜੇ ਫੰਡਸ ਵਗੈਰਾ ਹੈਗੇ ਆ ਇਹਨਾਂ ਨੂੰ ਇੱਕ ਜਗ੍ਹਾ ਕਲੈਕਟ ਕਰਨ ਵਾਸਤੇ, ਕਿਉਂਕਿ ਅਲੱਗ-ਅਲੱਗ ਗੁਰੂ ਘਰ ਸਾਡੇ ਜਿਹੜੇ ਸਾਡੀ ਉਹ ਸਹਾਇਤਾ ਕਰਦੇ ਸੀ। ਪਲੱਸ ਦਿਮਾਗ ਵਿੱਚ ਇਹ ਸੀਗਾ ਕਿ ਜਦੋਂ ਅਸੀਂ ਬਾਹਰ ਜਾ ਕੇ ਕੋਈ ਸੇਵਾ ਕਰਦੇ ਹਾਂ, ਚਾਹੇ ਅਸੀਂ ਹੋਮਲੈਸ ਸ਼ੈਲਟਰ ਜਾਂਦੇ ਹਾਂ, ਚਾਹੇ ਅਸੀਂ ਕੋਈ ਫਲੱਡ ਵਿੱਚ ਸੇਵਾ ਕਰਦੇ ਹਾਂ, ਜਾਂ ਅਸੀਂ ਕੋਈ ਅੱਗ ਵਿੱਚ ਸੇਵਾ ਕਰਦੇ ਹਾਂ, ਜਾਂ ਖੂਨਦਾਨ ਦਾ ਕੈਂਪ ਲਾਉਂਦੇ ਹਾਂ, ਤਾਂ ਉੱਥੇ ਜਿਹੜਾ ਸਾਡਾ ਕੋਈ ਰਜਿੰਦਰ ਸਿੰਘ ਜਾਂ ਮਹਿੰਦਰ ਸਿੰਘ ਜਾਂ ਪਰਮਿੰਦਰ ਸਿੰਘ ਜਾਂ ਸੁਰਿੰਦਰ ਸਿੰਘ ਜਦੋਂ ਐਜ਼ ਇਨ ਸਾਡਾ ਨਾਮ ਜਾਂਦਾ ਆ ਤਾਂ ਉਹਦੀ ਕੋਈ ਬਹੁਤ ਵੈਲਿਊ ਨਹੀਂ ਬਣਦੀ। ਜਦੋਂ ਵੀ ਵੈਲਿਊ ਬਣਨੀ ਚਾਹੀਦੀ ਹੈ ਉਹ ਬੀਇੰਗ ਏ ਸਿੱਖ ਸਾਡੀ ਇੱਕ ਪਹਿਚਾਣ ਬਣਨੀ ਚਾਹੀਦੀ ਹੈ, ਨਾ ਕਿ ਸਾਡੀ ਇੰਡੀਵਿਜੂਅਲੀ ਸਾਡੀ ਸ਼ਖਸੀਅਤ ਦੀ ਕੋਈ ਬਹੁਤੀ ਵੈਲਿਊ ਨਾ ਬਣ ਸਕਦੀ ਹੈ ਔਰ ਨਾ ਬਣਨੀ ਚਾਹੀਦੀ ਹੈ। ਸੋ ਇਸ ਕਰਕੇ ਵਿਚਾਰ ਇਹ ਬਣਿਆ, ਜਿਹੜੇ ਇਲਾਕੇ ਦੇ ਸੂਝਵਾਨ ਸੱਜਣ ਸੀਗੇ ਨਾਰਦਰਨ ਕੈਲੀਫੋਰਨੀਆ ਦੇ, ਉਹ ਸਾਰੀਆਂ ਧਿਰਾਂ ਕੋ ਕਾਫੀ ਗੁਰੂ ਘਰ ਉਹਦੇ ਵਿੱਚ ਜੁੜੇ। ਫਰੀਮਾਉਂਟ ਮੀਟਿੰਗ ਹੋਈ ਜਿਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਕਿਉਂ ਨਾ ਇੱਕ ਐਸੀ ਆਰਗੇਨਾਈਜੇਸ਼ਨ ਬਣਾਈ ਜਾਵੇ ਜਦੋਂ ਅਸੀਂ ਆਪਣੀ ਕਮਿਊਨਿਟੀ ਤੋਂ ਬਾਹਰ ਅਦਰ ਕਮਿਊਨਿਟੀ ਵਿੱਚ ਜਾ ਕੇ ਕੰਮ ਕਰਦੇ ਹਾਂ ਤਾਂ ਅਸੀਂ ਇੱਕ ਝੰਡੇ ਥੱਲੇ ਜਾਂ ਇੱਕ ਬੈਨਰ ਹੇਠ ਕੰਮ ਕਰੀਏ। ਸੋ ਉਹਨੂੰ, ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਸੀਂ ਇਹ ਸਿੱਖਸ ਫਾਰ ਹਿਊਮੈਨਿਟੀ ਦੀ ਜਿਹੜਾ ਇਹ ਨਾਂ ਆ, ਇਹ ਸਾਹਮਣੇ ਇੱਕ ਬੈਨਰ ਸਾਹਮਣੇ ਲਿਆਂਦਾ ਗਿਆ। ਫਾਰਮਲ ਆਰਗੇਨਾਈਜੇਸ਼ਨ ਨਹੀਂ ਸੀ ਬਣਾਈ ਗਈ 2018 ਦੇ ਵਿੱਚ, ਕਿਉਂਕਿ ਐਸਾ ਕੋਈ ਵਿਚਾਰ ਨਹੀਂ ਸੀ
ਪਰ ਬਾਕੀ ਸਾਰੇ ਗੁਰੂ ਘਰਾਂ ਨੂੰ ਇਕੱਠੇ ਕਰਨ ਵਾਸਤੇ ਸਿਰਫ ਇੱਕ ਨਾਮ ਜਿਹੜਾ ਜਾਂ ਇੱਕ ਬੈਨਰ ਜਿਹੜਾ ਦਿੱਤਾ ਗਿਆ, ਜਿਹਦੇ ਵਿੱਚ ਟਰਲ ਗੁਰੂ ਘਰ, ਸਟਾਕਟਨ ਗੁਰੂ ਘਰ, ਮੈਂਟੀਕਾ, ਟ੍ਰੇਸੀ, ਸੈਨ ਹੋਜ਼ੇ, ਫਰੀਮਾਂਟ, ਈਵਨ ਸੈਕਰਾਮੈਂਟੋ ਦੇ ਕਾਫੀ ਸਾਰੇ ਗੁਰਦੁਆਰਾ ਸਾਹਿਬ। ਸੋ ਸਾਨੂੰ ਸੈਂਟਾ ਰੋਜ਼ਾ 2 ਵਾਰ ਜਦੋਂ ਲੋੜਾਈ ਦਾ ਗੁਰੂ ਘਰ ਨਾ ਭੁੱਲੋ ਜੀ। ਹਾਂਜੀ, ਲੋੜੇ ਗੁਰੂ ਘਰ, ਸੌਰੀ ਔਰ ਉਸ ਤੋਂ ਬਾਅਦ ਇਹ ਸਾਰੇ ਗੁਰੂ ਘਰ ਇਕੱਠੇ ਹੋ ਕੇ ਅਸੀਂ ਸੈਂਟਾ ਰੋਜ਼ਾ ਕੰਮ ਕੀਤਾ। ਉਸ ਤੋਂ ਬਾਅਦ ਪੈਰਾਡਾਈਜ਼ ਕੰਮ ਕੀਤਾ। ਪੈਰਾਡਾਈਜ਼ ਤੋਂ ਬਾਅਦ ਫਿਰ ਦੁਬਾਰਾ ਸੈਂਟਾ ਰੋਜ਼ਾ ਤੋਂ ਛੋਟੀ ਜਿਹੀ ਇੱਕ ਹੋਰ ਅੱਗ ਲੱਗੀ, ਉਹਦੇ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਅਸੀਂ ਜਿਹੜਾ ਬਹੁਤ ਵੱਡਾ ਕਾਰਜ ਮੈਂ ਸਮਝਦਾ ਜਿਹੜਾ ਗੁਰੂ ਮਹਾਰਾਜ ਨੇ ਸਾਡੇ ਕੋਲੋਂ ਕਰਵਾਇਆ, ਉਹ ਜਦੋਂ ਕੋਵਿਡ ਫੈਲਿਆ ਪਿਛਲੇ ਸਾਲ ਮਾਰਚ ਦੇ ਵਿੱਚ, ਤਾਂ ਉਸ ਵਕਤ ਸਾਨੂੰ ਮਹਿਸੂਸ ਹੋਇਆ ਕਿ ਜਿਹੜੇ ਮਾਸਕ ਔਰ ਜਿਹੜੇ ਸੈਨੀਟਾਈਜ਼ਰ ਹੈਗੇ ਆ, ਉਹਨਾਂ ਦੀ ਬਹੁਤ ਵੱਡੀ ਜ਼ਰੂਰਤ ਸੀ। ਮਾਰਕੀਟ ਦੇ ਵਿੱਚ ਲਗਭਗ ਅਵੇਲੇਬਿਲਿਟੀ ਜ਼ੀਰੋ ਸੀ, ਸੈਨੀਟਾਈਜ਼ਰ ਨਹੀਂ ਸੀ ਮਿਲ ਰਹੇ, ਮਾਸਕ ਨਹੀਂ ਸੀ ਮਿਲ ਰਹੇ। ਸੋ ਅਸੀਂ ਕੁਝ ਚਾਈਨਾ ਤੋਂ ਮਾਸਕ ਮੰਗਵਾਏ, ਕੁਝ ਅਸੀਂ ਕਰੀਬ ਕੋ 12 ਤੋਂ ਲੈ ਕੇ 15,000 ਮਾਸਕ ਜਿਹੜਾ ਹੈਂਡਮੇਡ ਅਲੱਗ-ਅਲੱਗ ਘਰਾਂ ਦੇ ਵਿੱਚ ਅਸੀਂ ਕੱਪੜਾ ਭਿਜਵਾ ਕੇ ਕੈਨੇਡਾ ਤੋਂ ਕੱਪੜਾ ਮੰਗਵਾਇਆ ਗਿਆ, ਔਰ ਅਲੱਗ-ਅਲੱਗ ਘਰਾਂ ਦੇ ਵਿੱਚ ਉਹ ਕੱਪੜਿਆਂ ਦੇ ਟੋਟੇ ਫੜਾਏ ਗਏ। ਔਰ ਫਿਰ ਸ਼ਾਮ ਨੂੰ ਬੜਾ ਇੱਕ ਲੈਬਤ ਤਰੀਕੇ ਦੇ ਨਾਲ, ਬੜੀ ਪਲਾਨ ਤਰੀਕੇ ਦੇ ਨਾਲ ਹਰ ਦੂਏ ਤੀਏ ਦਿਨ ਹਰ ਘਰ ਦੇ ਵਿੱਚੋਂ 30 40 ਮਾਸਕ ਜਿਹੜੇ ਆ ਉਹ ਮੰਗਵਾਏ ਜਾਂਦੇ ਸੀ ਜਾਂ ਚੱਕੇ ਜਾਂਦੇ ਸੀ। ਉਸ ਤੋਂ ਬਾਅਦ ਅਸੀਂ ਸਾਰੇ ਜਿਹੜੇ ਜਿੰਨੇ ਫਰੰਟ ਲਾਈਨ ਵਰਕਰ ਆ, ਚਾਹੇ ਉਹਨਾਂ 'ਚ ਸ਼ੈਰਫ ਹੈ ਜਾਂ ਪੁਲਿਸ ਅਫਸਰ ਹੈ ਜਾਂ ਨਰਸਿਸ ਹਨ ਜਾਂ ਹੋਰ ਡਰਾਈਵਰਸ ਹਨ, ਉਹਨਾਂ ਸਾਰਿਆਂ ਨੂੰ ਕੋਈ 12 ਤੋਂ ਲੈ ਕੇ 15,000 ਦੇ ਕਰੀਬ ਅਸੀਂ N95 ਔਰ ਹੋਮਮੇਡ ਮਾਸਕ ਜਿਹੜੇ ਆ ਉਹ ਡਿਸਟ੍ਰੀਬਿਊਟ ਕੀਤੇ। ਉਸ ਤੋਂ ਇਲਾਵਾ ਸੈਨੀਟਾਈਜ਼ਰ 6 ਫਾਰ ਹਿਊਮੈਨਿਟੀ ਨੇ ਆਪਣਾ ਖੁਦ ਦਾ ਸੈਨੀਟਾਈਜ਼ਰ ਆਪਣਾ ਬਣਵਾ ਕੇ ਕੋਈ 5 ਤੋਂ ਲੈ ਕੇ 6,000 ਬੋਟਲ ਜਿਹੜੀ ਹੈ ਉਹ 2-2 ਔਂਸ ਦੀ, ਪਹਿਲਾਂ ਜਦੋਂ ਬਹੁਤ ਸ਼ਾਰਟੇਜ ਸੀ ਅਸੀਂ ਕੋਈ 4-4 ਔਂਸ ਦੀ ਬੋਤਲ ਜਿਹੜੀ ਹੈ ਉਹ ਬਣਾ ਕੇ ਵੰਡੀ। ਉਸ ਤੋਂ ਬਾਅਦ 6-6 ਔਂਸ ਦੀ, ਫਿਰ 8-8 ਔਂਸ ਦੀ, ਜੋ ਅਵੇਲੇਬਿਲਿਟੀ ਵੱਧਦੀ ਗਈ। ਸੋ ਕੋਈ 6,000 ਦੇ ਕਰੀਬ ਜਿਹੜੀ ਹੈਗੀਆਂ ਸੈਨੀਟਾਈਜ਼ਰ ਜਿਹੜੇ ਆ ਉਹ ਲੋਕਾਂ ਨੂੰ, ਜਿਹੜੇ ਫਰੰਟ ਲਾਈਨ ਵਰਕਰ ਸੀਗੇ ਜਿਨ੍ਹਾਂ ਵਿੱਚ ਸਾਰੇ ਡਰਾਈਵਰ ਔਰ ਸ਼ੈਰਫ, ਨਰਸਿਸ ਵਗੈਰਾ, ਹਸਪੀਟਲਸ ਨੂੰ ਅਸੀਂ ਜਾ ਕੇ ਅਲੱਗ-ਅਲੱਗ ਜਗ੍ਹਾ ਤੇ ਬੇਰੀਏ ਦੇ ਵਿੱਚ, ਇੱਧਰ ਸਾਡੇ ਸੈਂਟਰਲ ਵੈਲੀ ਦੇ ਵਿੱਚ, ਅਪ ਟੂ ਵੁੱਡਲੈਂਡ ਸੈਕਰਾਮੈਂਟੋ ਏਰੀਆ ਦੇ ਵਿੱਚ, ਇੱਥੋਂ ਤੱਕ ਕਿ ਕੁਝ ਸਮਾਨ ਜਿਹੜਾ ਰੀਨੋ ਵੀ ਭੇਜਿਆ ਗਿਆ। ਸੋ ਉਹਦੇ ਵਿੱਚ 6 ਫਾਰ ਹਿਊਮੈਨਿਟੀ ਦੇ ਸਾਰੇ ਵਰਕਰਸ ਨੇ, ਕੋਈ ਜਿਹਦੇ ਵਿੱਚ ਕਰੀਬ ਮੈਂ ਸਮਝਦਾ ਕੋਈ 30 40 50 ਬੰਦੇ ਜਿਹੜੇ ਉਹ ਅਲੱਗ-ਅਲੱਗ ਗੁਰੂ ਘਰਾਂ ਦੇ ਨਾਲ ਦੇ ਸਹਿਯੋਗ ਦੇ ਨਾਲ ਬਹੁਤ ਕਮਾਲ ਦਾ ਕੰਮ ਜਿਹੜਾ ਸਾਰੇ ਵਰਕਰਸ ਹੈਗੇ ਆ ਜਾਂ ਸਾਰੇ ਜਿਹੜੇ ਵਲੰਟੀਅਰਸ ਹੈਗੇ ਆ, ਉਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਕੰਮ ਨੂੰ ਨਿਭਾਇਆ। ਹਾਂਜੀ, ਇਸ ਗੱਲ ਦੀ ਜਿਹੜੀ ਪੁਸ਼ਟੀ ਆ ਕਿ ਇਹਨਾਂ ਨੇ ਕੰਮ ਤਾਂ ਬਹੁਤ ਕੀਤੇ ਨੇ, ਤੇ ਇਹ ਵੀ ਆ ਕਿ ਇੰਨੇ ਸਾਫ਼ ਦਿਲ ਨੇ ਕਿ ਅਸੀਂ ਇਹਨਾਂ ਨੂੰ 5,000 ਦਾ ਚੈੱਕ ਭੇਜਿਆ ਸੀ ਗੁਰਦੁਆਰੇ ਵੱਲੋਂ, ਤੇ ਇਹਨਾਂ ਨੇ ਉਹ ਚੈੱਕ ਸਾਡਾ ਵਾਪਸ ਕਰਤਾ ਸੀ, ਭਾਜੀ ਕਿ ਉਹ ਕੰਮ ਉੱਥੇ ਖਤਮ ਹੋ ਗਿਆ, ਹੁਣ ਤੁਸੀਂ ਹੋਰ ਨਹੀਂ, ਇਹ ਸਾਨੂੰ ਚਾਹੀਦੇ ਤੇ ਆਪਣਾ ਚੈੱਕ ਜਿਹੜਾ ਵਾਪਸ ਲੈ ਲਓ। ਤੇ ਇਹ ਵੀ ਬਹੁਤ ਇੱਕ ਮਹਾਨ ਕੰਮ ਹੈ। ਔਰ ਜਿਹੜਾ ਕਿਉਂਕਿ ਬਸ ਮੈਂ ਛੋਟੀ ਜਿਹੀ ਗੱਲ ਹੋਰ ਐਡ ਕਰ ਦਿਆਂ ਕਿ $3,800 ਮੈਨੂੰ ਸਟਾਕਟਨ ਗੁਰੂ ਘਰ ਵੱਲੋਂ ਮਿਲਿਆ ਗਿਆ ਸੀ ਜਦੋਂ ਮੈਂ ਹੂਸਟਨ ਗਿਆ, ਤੇ ਸਾਡਾ ਉੱਥੇ ਨਹੀਂ ਯੂਜ਼ ਹੋਇਆ ਕਿਉਂਕਿ ਸਾਨੂੰ ਫ੍ਰੀ ਮੋਡ ਵੱਲੋਂ ਕਾਫੀ ਪੈਸਾ ਆ ਗਿਆ ਸੀ, ਹੋਰ ਕਾਫੀ ਜਗ੍ਹਾ ਤੋਂ ਪੈਸਾ ਹੋਇਆ। $3,800 ਉਹ ਅਸੀਂ ਸਟਾਕਟਨ ਗੁਰੂ ਘਰ ਨੂੰ ਵੀ ਉਹਨਾਂ ਦਾ ਐਜ਼ ਇਟ ਇਜ਼ ਉਹਨਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਤਾ ਸੀ। ਮੈਂ ਉਹੀ ਗੱਲ ਕਰਦਾ ਕਿ ਪਾਰਦਰਸ਼ਤਾ ਦਾ ਬਹੁਤ ਹੱਦ ਤੱਕ ਤੁਸੀਂ ਕੀਤੀ ਆ ਔਰ ਬਹੁਤ ਜ਼ਿਆਦਾ ਵਧੀਆ ਕੰਮ ਕੀਤੇ ਆ। ਤੇ ਹੁਣ ਮੈਂ ਇਹੀ ਸਵਾਲ ਆਪਣੇ ਪਰਮਜੀਤ ਭਾਜੀ ਨੂੰ ਵੀ ਕਰਾਂਗਾ ਕਿ ਪਰਮਜੀਤ ਭਾਜੀ, ਤੁਸੀਂ ਜਦੋਂ ਦੇ ਜੁੜੇ ਹੋ ਇਹਨਾਂ ਦੇ ਨਾਲ, ਇਸ ਸੰਸਥਾ ਦੇ ਨਾਲ, ਤੇ ਤੁਸੀਂ ਕਿਹੜੇ ਕੰਮਾਂ ਵਿੱਚ ਹਾਜ਼ਰੀ ਲਵਾਈ ਹੈ? ਤੇ ਮੈਂ ਤਾਂ ਸਾਫ਼ ਕਹਿਣਾ ਕਿ ਮੈਂ ਕਿਸੇ ਥਾਂ ਤੇ ਜਾ ਕੇ ਹਾਜ਼ਰੀ ਨਹੀਂ ਲਵਾਈ, ਪਰ ਮੇਰਾ ਦਿਲ ਇਹਨਾਂ ਕੰਮਾਂ ਤੇ, ਕਿਉਂਕਿ ਮੈਂ ਹਮੇਸ਼ਾ ਤੁਹਾਡੀਆਂ ਜੁੜੀਆਂ ਤੁਸੀਂ ਪਾਉਂਦੇ ਹੋ WhatsApp ਤੇ ਜਾਂ ਕਿਸੇ ਗੁਰੂ ਘਰ ਦੇ ਵੈਬਸਾਈਟ ਤੇ ਜਾਂ ਕੁਝ ਵੀ, ਮੈਂ ਹਮੇਸ਼ਾ ਵਾਚ ਕਰਦਾ ਰਹਿਣਾ, ਤੇ ਮੈਨੂੰ ਪਤਾ ਹੈ ਕਿ ਕਿੰਨੇ ਕੰਮ ਤੁਸੀਂ ਕੀਤੇ ਆ। ਤੇ ਪਰਮਿੰਦਰ ਭਾਜੀ, ਤੁਸੀਂ ਵੀ ਥੋੜਾ ਜਿਹਾ ਇਹਦੇ ਵਿੱਚ ਚਾਨਣਾ ਪਾਓ ਜੀ। ਧੰਨਵਾਦ ਬਾਲ ਸਾਹਿਬ, ਧੰਨਵਾਦ ਟਾਂਡਾ ਭਾਜੀ। ਤੁਸੀਂ ਵੈਸੇ ਤਾਂ ਕੋਈ ਗੱਲ ਛੱਡੀ ਨਹੀਂ ਕਰਨ ਵਾਲੀ, ਸਾਰਾ ਕੁਝ ਤੁਸੀਂ ਬੜੇ ਵਧੀਆ ਤਰੀਕੇ ਨਾਲ ਇੱਕ ਧਾਗੇ 'ਚ ਪਰੋ ਕੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਦੱਸਤਾ। ਇਹਦੇ ਵਿੱਚ ਇੱਕ ਮੈਂ ਥੋੜੀ ਜਿਹੀ ਬਾਲ ਸਾਹਿਬ ਮੈਂ ਗੱਲ ਕਹਿਣੀ ਚਾਹਾਂਗਾ ਕਿ 6 ਫਾਰ ਹਿਊਮੈਨਿਟੀ ਦੇ ਵਿੱਚ ਨਿੱਜ ਦੀ ਗੱਲ ਨਹੀਂ ਅਸੀਂ ਕਦੀ ਕੀਤੀ, ਔਰ ਇਹਦੇ ਵਿੱਚ ਸਾਡਾ ਕੋਈ ਅਹੁਦੇਦਾਰ ਨਹੀਂ ਜਿਹੜਾ ਅੱਗੇ ਲਾ ਕੇ ਕੰਮ ਕਰਦਾ ਹੈ। ਲੋਕੀ ਆਪ ਮੁਹਾਰੇ ਹੋ ਕੇ ਆਪਣੇ ਆਪਣੇ ਸ਼ਹਿਰਾਂ ਤੋਂ ਆ ਕੇ, ਆਪਣੇ ਆਪਣੇ ਗੁਰੂ ਘਰਾਂ ਤੋਂ ਆ ਕੇ, ਸਕੂਲਾਂ ਦੇ ਬੱਚੇ, ਕਾਲਜਸ ਦੇ ਬੱਚੇ, ਉਹ ਆ ਕੇ ਆਪ ਆਪਣੇ ਪ੍ਰੋਜੈਕਟ ਲੈ ਕੇ ਆਉਂਦੇ ਨੇ,
ਉਹਨਾਂ ਦੀ ਜਿੰਨੀ ਅਸੀਂ ਮਦਦ ਕਰ ਸਕਦੇ ਹਾਂ ਮਦਦ ਕਰਦੇ ਹਾਂ, ਉਹ ਕਰ ਸਕਦੇ ਹਾਂ, ਅਸੀਂ ਆਪਣੇ ਵੱਲੋਂ ਕਰੀਦੀ ਹੈ, ਉਹਨਾਂ ਬੱਚਿਆਂ ਨੂੰ ਗਾਈਡ ਕਰੀਦਾ। ਤੇ ਸਾਡੀ ਜਿਹੜੀ ਹੈ ਦਿਲੀ ਖੁਆਇਸ਼ ਇਹ ਰਹਿੰਦੀ ਹੈ ਕਿ ਜਿਹੜੇ ਗੁਰੂ ਸਾਹਿਬ ਦਾ ਆਸ਼ਾ ਲੈ ਕੇ ਅਸੀਂ ਚੱਲੇ ਹਾਂ, ਉਸ ਸਿੱਖੀ ਦੀ ਗੱਲ, ਉਸ ਸਿੱਖੀ ਦਾ ਮੈਸੇਜ ਜੇ ਅਸੀਂ ਕਿਸੇ ਆਉਣ ਵਾਲੀ ਪੀੜ੍ਹੀ ਦੇ ਦਿਲ ਵਿੱਚ ਅਸੀਂ ਕਿਤੇ ਬਣਾ ਸਕੀਏ, ਪੈਦਾ ਕਰ ਸਕੀਏ। ਬਹੁਤ ਵਧੀਆ ਭਾਜੀ। ਇਹ ਜਿਹੜੇ ਵਿਚਾਰ ਨੇ, ਜਿੱਦਾਂ ਟਾਂਡਾ ਸਾਹਿਬ ਨੇ ਬਹੁਤ ਨਿਮਰਤਾ ਦੇ ਹਿਸਾਬ ਨਾਲ ਕਿਹਾ ਕਿ ਸਾਡਾ ਨਾਂ ਨਹੀਂ ਹੋਣਾ ਚਾਹੀਦਾ, ਤੁਸੀਂ ਉਹੀ ਗੱਲ ਨੂੰ ਦੁਹਰਾਇਆ। ਮੈਂ ਇਹ ਗੱਲ ਨੂੰ ਬਹੁਤ ਮਾਇਨੇ ਰੱਖਦੀ ਆ, ਕਿਉਂਕਿ ਦੇਖੋ ਹਰ ਇੱਕ ਬੰਦਾ ਜਦੋਂ ਇਹ ਸਿੱਖੀ ਵਿੱਚ ਹੀ ਇੱਕ ਜਿਹੜੀ ਗੁਰਤੀ ਮਿਲੀ ਆ ਕਿ ਮੈਂ ਨਹੀਂ ਕਹਿਣੀ, ਇਹ ਗੁਰੂ ਦਾ ਕੰਮ ਸਮਝ ਕੇ ਆਪਣੇ ਆਪ ਨੂੰ ਗੁਰੂ ਦਾ ਸੇਵਕ ਕਹਿਣਾ, ਇਹ ਬਹੁਤ ਵੱਡੀ ਗੱਲ ਹੈ। ਮੈਂ ਤੁਹਾਡੇ ਜਜ਼ਬਾਤਾਂ, ਦੋਨਾਂ ਦੇ ਜਜ਼ਬਾਤਾਂ ਨਾਲ ਬਹੁਤ ਬਹੁਤ ਸਹਿਮਤ ਹਾਂ ਅਤੇ ਉਹਦੀ ਬਹੁਤ ਜ਼ਿਆਦਾ ਵੱਡਾ ਮੁੱਲ ਸਮਝਦਾ ਹਾਂ ਕਿ ਮੈਂ ਉਸ ਕਾਬਿਲ ਤੇ ਨਹੀਂ ਕਿ ਤੁਹਾਡੇ ਵਾਂਗੂ ਬਣ ਸਕਾਂ, ਪਰ ਮੈਂ ਇਸ ਗੱਲ ਦੀ ਬਹੁਤ ਕਦਰ ਕਰਦਾ। ਕਿਉਂਕਿ ਮੈਂ ਥੋੜੀ ਜਿਹੀ ਗੱਲ ਇੱਥੇ ਐਡ ਕਰਨੀ ਚਾਹਾਂਗਾ, ਜੇ ਗੁਸਤਾਖੀ ਨਾ ਹੋਵੇ ਤਾਂ। ਇਸ ਸੰਸਥਾ ਦੇ ਵੱਲੋਂ ਜਦੋਂ ਪਹਿਲੀ ਵਾਰੀ ਸੈਂਟਾ ਰੋਸਾ ਜਦੋਂ ਜਾ ਕੇ ਅਸੀਂ ਅੱਗ ਲੱਗੀ ਆ ਉੱਥੇ ਕੋਸ਼ਿਸ਼ ਕੀਤੀ ਇਮਦਾਦ ਕਰਨ ਦੀ, ਤਕਰੀਬਨ 16 ਗੁਰੂ ਘਰ ਜਿਹੜੇ ਆ ਨਾਰਥਰਨ ਕੈਲੀਫੋਰਨੀਆ ਦੇ, ਉਹਨਾਂ ਦੇ ਵਿੱਚ ਸ਼ਮੂਲੀਅਤ 16 ਗੁਰੂ ਘਰਾਂ ਦੀ ਸ਼ਮੂਲੀਅਤ ਹੋਈ, ਜਿੱਥੇ ਸਾਨੂੰ ਤਕਰੀਬਨ 65 ਤੋਂ 70 ਹਜ਼ਾਰ ਡਾਲਰ ਜਿਹੜਾ ਹੈ ਉਹ ਗੁਰੂ ਘਰਾਂ ਵੱਲੋਂ ਦੱਸਿਆ ਗਿਆ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਅਸੀਂ ਦਿਆਂਗੇ ਇਸ ਪ੍ਰੋਜੈਕਟ ਵਾਸਤੇ। ਸਾਡਾ ਕੀ ਮਕਸਦ ਹੁੰਦਾ ਸੀ ਕਿ ਅਸੀਂ ਸਵੇਰੇ ਜਾ ਕੇ ਜਿਹੜੀਆਂ ਉਹ ਪਾਰਟਿਸਿਪੇਟਿੰਗ ਧਿਰਾਂ ਸੀ, ਜਿਹੜੀਆਂ ਸਰਕਾਰ ਵੱਲੋਂ ਨਾਮਜ਼ਦ ਸੀ ਉੱਥੇ, ਕਿਉਂਕਿ ਇੱਕ ਤਰ੍ਹਾਂ ਦਾ ਅੱਗ ਲੱਗ ਚੁੱਕੀ ਸੀ, ਸਾਰੇ ਪਾਸੇ ਖਲਾ ਪੈ ਚੁੱਕਿਆ ਸੀ, ਕਿਤੇ ਰਹਿਣ ਦਾ ਬੰਦੋਬਸਤ ਨਹੀਂ ਸੀ, ਕਿਤੇ ਲੋਕਾਂ ਨੂੰ ਰੱਖਣ ਦਾ ਬੰਦੋਬਸਤ ਨਹੀਂ ਸੀ। ਸੋ ਜਿਹੜਾ ਵੀ ਕਿਤੇ ਸ਼ੈਲਟਰ ਬਣਦਾ ਸੀ, ਉਸ ਸ਼ੈਲਟਰ ਦੇ ਵਿੱਚ ਸਿਰਫ ਉਹੀ ਸਮਾਨ ਉਹਨਾਂ ਨੂੰ ਚਾਹੀਦਾ ਜਿਹੜਾ ਉਹ ਸਵੇਰੇ ਲਿਸਟ ਬਣਾ ਕੇ ਦੱਸਦੇ ਸੀ ਕਿ ਸਾਨੂੰ ਅੱਜ 20 ਕੰਬਲ ਚਾਹੀਦੇ ਨੇ, 50 ਬੈਟਰੀਆਂ ਚਾਹੀਦੀਆਂ ਨੇ, 50 ਸਾਨੂੰ ਅੱਜ ਥਰਮਾਮੀਟਰ ਚਾਹੀਦੇ ਨੇ, ਅੱਜ ਸਾਨੂੰ ਆਹ ਚੀਜ਼ ਚਾਹੀਦੀ ਆ। ਸੋ ਜਿੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ੈਲਟਰਾਂ ਦੇ ਵਿੱਚ ਜਿਹੜੇ ਲੋਕ ਇੱਥੋਂ ਦੇ ਘਰ ਆਪਣੇ ਘਰਾਂ ਚੋਂ ਵਿਸਥਾਪਿਤ ਹੋ ਕੇ ਜਾ ਕੇ ਰਹੇ ਸੀ, ਉਹਨਾਂ ਵਾਸਤੇ ਸਵੇਰੇ ਅਸੀਂ ਉਹਨਾਂ ਮੀਟਿੰਗਾਂ ਦੇ ਵਿੱਚੋਂ ਉਹਨਾਂ ਤੋਂ ਆંકੜੇ ਲੈਣੇ। ਔਰ ਸਾਨੂੰ ਤੁਸੀਂ ਹੈਰਾਨ ਮੰਨੋਗੇ ਇਹ ਗੱਲ ਸੁਣ ਕੇ, ਅਸੀਂ ਆਪਣੇ ਆਪ ਨੂੰ ਬੜਾ ਮਹਾਨ ਮੰਨਦੇ ਹਾਂ, ਪਰ ਸੈਂਟਾ ਰੋਸਾ ਦੇ ਵਿੱਚ ਸਾਨੂੰ ਤਕਰੀਬਨ 21 ਦਿਨ ਦੇ ਵਿੱਚ ਸਾਨੂੰ 3 ਜਾਂ 4 ਦਿਨ ਸਿਰਫ ਲੰਚ ਦੀ ਵਾਰੀ ਜਿਹੜੀ ਹੈ ਉਹ ਸਾਨੂੰ ਮਿਲੀ ਸੀ। ਸੋ ਇੱਥੋਂ ਦਾ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਨੇ, ਹੋਰ ਵੀ ਬਹੁਤ ਵੱਡੇ ਅਦਾਰੇ ਜਿਹੜੇ ਨੇ ਬਹੁਤ ਵਧੀਆ ਕੰਮ ਕਰਦੇ ਨੇ ਜਦੋਂ ਕਿਤੇ ਨਾ ਕਿਤੇ ਲੋੜ ਪੈਂਦੀ ਹੈ। ਸੋ ਸਾਨੂੰ ਉਤਸ਼ਾਹਤ ਹੋਣਾ ਚਾਹੀਦਾ। ਫਿਰ ਦੂਜੀ ਗੱਲ ਇਹ ਦੇਖੋ ਕਿ ਜਦੋਂ ਵੀ ਕਿਤੇ ਇਦਾਂ ਦੀ ਕੋਈ ਕੁਦਰਤੀ ਆਪਦਾ ਆਉਂਦੀ ਹੈ ਜਾਂ ਕੁਛ ਹੁੰਦਾ ਹੈ, ਤੇ ਸਾਰੇ ਗੁਰੂ ਘਰ ਹਰੇਕ ਬੰਦੇ ਦਾ ਜ਼ੋਰ ਲੱਗਿਆ ਹੁੰਦਾ, ਲੰਗਰ ਲੈ ਜਾਓ ਜੀ, ਕੱਪੜੇ ਲੈ ਜਾਓ ਉੱਥੇ। ਪਰ ਇਹ ਇੰਨੀ ਵਿਉਂਤ ਨਾਲ ਉਦੋਂ ਕੰਮ ਹੋਇਆ ਕਿ ਜਿਹੜੇ ਗੁਰੂ ਘਰ ਨੂੰ ਅਸੀਂ ਕੋਈ ਕੰਮ ਚੀਜ਼ ਇਕੱਠੀ ਕਰਨ ਲਈ ਗਈ, ਸਾਨੂੰ ਟਰੱਕ ਭਰ ਕੇ ਲੋਕਾਂ ਨੇ ਸਮਾਨ ਦਿੱਤੇ, ਔਰ ਸਾਨੂੰ ਉਹ ਜਿਹੜਾ 65 ਤੋਂ 70 ਹਜ਼ਾਰ ਡਾਲਰ ਸਾਨੂੰ ਕੈਸ਼ ਗੁਰੂ ਘਰਾਂ ਤੋਂ ਹੋਰ ਪਤਵੰਤੇ ਸੱਜਣਾ ਨੇ ਸਾਨੂੰ ਕਮਿਟ ਕੀਤਾ ਸੀ, ਸਾਨੂੰ ਉਹ ਪੈਸਾ ਜਾ ਕੇ ਲੈਣਾ ਨਹੀਂ ਪਿਆ ਉਹਨਾਂ ਤੋਂ, ਕਿਉਂਕਿ ਸਾਡੇ ਕੋਲ ਸਮਾਨ ਹੀ ਇੰਨਾ ਇਕੱਠਾ ਹੋ ਗਿਆ ਉਹਨਾਂ ਨੂੰ ਦੇਣ ਵਾਸਤੇ। ਜਿੰਨਾ ਉਹ ਮੰਗਦੇ ਸੀ ਸਾਨੂੰ ਉਹਨਾਂ ਸਮਾਨ ਜਿਹੜਾ ਉਹ ਬਾਹਰੋਂ ਬਾਹਰ ਮਿਲ ਜਾਂਦਾ ਸੀ, ਇਸ ਕਰਕੇ ਸਾਨੂੰ ਉਹ ਕੈਸ਼ ਲੈਣ ਦੀ ਲੋੜ ਨਹੀਂ ਪਈ। ਫਿਰ ਮੈਂ ਇੱਕ ਤੁਹਾਨੂੰ ਗੱਲ ਮਜ਼ੇਦਾਰ ਦੱਸਦਾ ਜੀ। ਅਸੀਂ ਇੱਥੋਂ ਜਦੋਂ ਪੈਰਾਡਾਈਜ਼ ਦੇ ਵਿੱਚ ਅੱਗ ਲੱਗੀ ਆ, ਉੱਥੇ ਮੰਜ਼ਰ ਦੇਖਣ ਵਾਲਾ ਸੀ। ਉਹ ਜਦੋਂ ਤੁਸੀਂ ਇੱਕ ਵਾਰੀ ਮੰਜ਼ਰ ਦੇਖੋਗੇ, ਤੁਸੀਂ ਸੋਚੋਗੇ ਕਿ ਰੱਬ ਇਹੋ ਜਿਹਾ ਕੰਮ ਕਦੀ ਦੁਸ਼ਮਣ ਨਾਲ ਵੀ ਨਾ ਕਰੇ। ਬਹੁਤ ਵਧੀਆ ਲੋਕਾਂ ਦੇ ਘਰ ਜਿਹੜੇ ਉਜੜ ਕੇ ਉੱਥੋਂ ਅੱਗ ਲੱਗਣ ਕਰਕੇ ਆਪਣੀ ਜਾਨਾਂ ਬਚਾ ਕੇ ਸ਼ੈਲਟਰ ਦੇ ਵਿੱਚ ਇਕੱਠੇ ਹੋਏ। ਉੱਥੋਂ ਅਸੀਂ ਜਦੋਂ ਵਾਪਸ ਆਏ ਤੇ ਸਾਨੂੰ ਕੰਬਲ ਜਿਹੜੇ ਆ ਉਹ ਕਿਸੇ ਪਾਸਿਓਂ ਨਹੀਂ ਸੀ ਮਿਲਦੇ। ਅਸੀਂ ਜਿੱਥੋਂ ਵੀ ਕੰਬਲ ਚੁੱਕੇ, ਸਾਨੂੰ ਉਹਨਾਂ ਕੰਬਲਾਂ ਵਾਸਤੇ ਸਾਨੂੰ ਪੈਸਾ ਪਤਾ ਨਹੀਂ ਕਿੱਥੋਂ ਆ ਗਿਆ। ਔਰ ਐਂਡ ਤੱਕ ਤੇ ਜਾ ਕੇ ਇਹ ਗੱਲ ਹੋਈ ਕਿ ਸੈਨ ਫਰਾਂਸਿਸਕੋ ਤੋਂ ਕਿਸੇ ਸਿੰਘ ਨੇ ਸਾਨੂੰ ਕਾਲ ਕੀਤੀ, ਉਹਨੇ ਸਾਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ। ਅਸੀਂ ਕਿਹਾ ਜੀ ਸਾਨੂੰ ਉਹ ਕੰਬਲ ਚਾਹੀਦੇ ਨੇ ਜਿਹੜੇ ਅਸੀਂ ਉੱਥੇ ਜਾ ਕੇ ਦੇਣਾ ਚਾਹੁੰਦੇ ਆ। ਉਸ ਸਿੰਘ ਨੇ ਸਾਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਕੰਬਲ ਕਿੱਥੋਂ ਲੈਣੇ ਨੇ, ਸਿਰਫ ਸਾਨੂੰ ਉਹਨੇ ਪੁੱਛਿਆ ਵੀ ਕਿੰਨੇ ਕੰਬਲ ਚਾਹੀਦੇ ਨੇ। ਤੇ ਸਾਨੂੰ ਉਦੋਂ ਹੀ ਪਤਾ ਲੱਗਾ ਜਦੋਂ ਸਾਡੇ ਬੂਹੇ ਤੇ 2000 ਕੰਬਲ ਜਿਹੜਾ ਜੀ ਇੱਕ ਟਰੱਕ ਲੈ ਕੇ ਸਾਡੇ ਘਰ ਦੇ ਅੱਗੇ ਆ ਗਿਆ। ਆ ਲਓ ਜੀ ਕੰਬਲ ਤੁਹਾਨੂੰ ਸਿੰਘ ਨੇ ਭੇਜੇ ਨੇ। ਉਹ ਕੰਬਲ ਬਹੁਤ ਦੂਰ ਤੱਕ ਦੂਜੀਆਂ ਕਮਿਊਨਿਟੀਆਂ ਵਿੱਚ ਜਾ ਕੇ ਅਸੀਂ ਦੇਣ ਦਾ ਉਪਰਾਲਾ ਕੀਤਾ। ਤੇ ਸਾਡੇ ਕੋਲ ਅਜੇ ਵੀ ਕੁਝ ਕੰਬਲ ਜਿਹੜੇ ਨੇ ਉਹਨਾਂ ਵਿੱਚੋਂ ਬਚੇ, ਜਿਹੜੇ ਕਿ ਅਸੀਂ ਬਾਅਦ ਚ ਜਾ ਕੇ ਇਸ ਸਾਲ ਦੇ ਵਿੱਚ ਵੀ ਜਾ ਕੇ ਉਹ ਵੱਖ-ਵੱਖ ਸ਼ੈਲਟਰਾਂ ਦੇ ਵਿੱਚ ਜਾ ਕੇ ਦਿੱਤੇ ਨੇ। ਹਾਂਜੀ, ਤੇ ਇਸ ਤਰ੍ਹਾਂ ਹੈ ਭਾਜੀ, ਮੈਂ ਹੋਰ ਵੀ ਇਹ ਬਹੁਤ ਸਾਰੀਆਂ ਗੱਲਾਂ ਇਹਦੇ ਬਾਰੇ ਹੈਗੀਆਂ ਜਿਹੜੀਆਂ ਕਿ ਮੈਂ ਕੁਐਸਚਨ ਕਰ ਸਕਦਾ, ਪਰ ਮੈਂ ਹੁਣ ਸ਼ਾਰਟ ਕਰਕੇ ਇਹ ਸੋਚਣਾ ਸੰਘਰਸ਼ ਬਾਰੇ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦਾ ਕਿ ਕਿਸਾਨੀ ਸੰਘਰਸ਼ ਦਾ ਭਵਿੱਖ ਤੁਸੀਂ ਕੀ ਦੇਖ ਰਹੇ ਹੋ? ਦੇਖੋ ਜੀ,
ਸੰਘਰਸ਼ ਜਦੋਂ ਤੁਸੀਂ ਕਰਦੇ ਹੋ ਤਾਂ ਤੁਸੀਂ ਉਸ ਸੰਘਰਸ਼ ਦੇ ਜਿਹੜੇ ਫਲ ਹੈ, ਉਹ ਕੀ ਕਹਿੰਦੇ, ਕਾਮ ਕੀਏ ਜਾਂ ਫਲ ਕੀ ਇੱਛਾ ਮਤ ਕਰਨਾ ਇਨਸਾਨ। ਸੋ ਸਾਡਾ ਜਿਹੜਾ ਫਰਜ਼ ਹੈ ਉਹ ਸੰਘਰਸ਼ ਕਰਨਾ ਹੈ। ਅਸੀਂ ਸੰਘਰਸ਼ ਚੋਂ ਪੈਦਾ ਹੋਏ ਆ ਤੇ ਹਮੇਸ਼ਾ ਸੰਘਰਸ਼ ਕਰਦੇ ਰਵਾਂਗੇ। ਇਸ ਸੰਘਰਸ਼ ਚੋਂ ਸਾਨੂੰ ਕੀ ਮਿਲਦਾ, ਕਦੋਂ ਮਿਲਦਾ ਹੈ, ਇਹ ਗੁਰੂ ਮਹਾਰਾਜ ਤੇ ਛੱਡਿਆ ਜੀ। ਪਰ ਅੱਜ ਦੀ ਤਰੀਕ 'ਚ ਜੋ ਦੇਖਣ ਨੂੰ ਮਿਲ ਰਿਹਾ ਉਹ ਮੈਨੂੰ ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਲੱਗਦਾ, ਕਿਉਂਕਿ ਇੱਕ ਕਿਸਾਨ ਜਿਹੜਾ ਰਾਕੇਸ਼ ਟਕੈਤ ਹੈ ਉਹ ਕਹਿ ਰਿਹਾ ਕਿ ਅਕਤੂਬਰ ਤੱਕ ਇਹ ਸੰਘਰਸ਼ ਚੱਲੇਗਾ, ਤੇ ਬਾਕੀ ਜਿਹੜੇ 40 ਸੰਘਰਸ਼ ਲੀਡਰ ਨੇ ਉਹਨਾਂ ਵੱਲੋਂ ਅਜੇ ਕਿਸੇ ਨੇ ਵੀ ਇਸ ਅਕਤੂਬਰ ਵਾਲੀ ਪੁਸ਼ਟੀ ਨਹੀਂ ਕੀਤੀ। ਸੋ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਉਹ ਕਮਿਊਨੀਕੇਸ਼ਨ ਗੈਪ ਹੋ ਰਿਹਾ, ਕੀ ਹੋ ਰਿਹਾ, ਉਹ ਕਮਿਊਨੀਕੇਸ਼ਨ ਗੈਪ ਨੂੰ ਕਿਵੇਂ ਪੂਰਾ ਕਰਨਗੇ। ਸੋ ਇਹ ਕਹਿਣਾ ਬਹੁਤ ਮੁਸ਼ਕਲ ਹੈ ਬਾਲ ਸਾਹਿਬ ਵੀ ਇਹ ਸੰਘਰਸ਼ ਕਦੋਂ ਖਤਮ ਹੋਏਗਾ। ਪਰ ਇੰਨਾ ਜ਼ਰੂਰ ਹੈ ਵੀ ਇਹ ਯੋਧੇ ਜਿਹੜੇ ਨੇ ਸੰਘਰਸ਼ੀਲ ਨੇ ਤੇ ਸੰਘਰਸ਼ ਕਰਦੇ ਰਹਿਣਗੇ। ਸਲੂਟ ਹੈ ਜੀ ਉਹਨਾਂ ਸੰਘਰਸ਼ੀਲ ਯੋਧਿਆਂ ਨੂੰ। ਬਿਲਕੁਲ ਜੀ, ਬਿਲਕੁਲ। ਤੇ ਪੱਕੀ ਗੱਲ ਹੈ। ਆਪਣਾ ਇਸ ਤਰ੍ਹਾਂ ਆ ਕਿ ਸਾਹੀ ਸਾਹਿਬ, ਜਿਹੜੀ ਸਿੱਖੀ ਦੀ ਗੱਲ ਹੀ ਇਹੀ ਆ ਕਿ ਅਸੀਂ ਕਰਮ ਕਰ ਤੇ ਫਲ ਦੀ ਉਮੀਦ ਨਾ ਰੱਖ, ਜੋ ਗੁਰੂ ਦੇਗਾ ਉਹ ਬਹੁਤ ਵਧੀਆ। ਤੇ ਇਹ ਜਿਹੜੀ ਚੀਜ਼ ਹੈ, ਇਹਦੇ ਵਿੱਚ ਅਸੀਂ ਸਿੱਖੀ ਦਾ ਇਹ ਮਹਾਨਤਾ ਆ ਕਿ ਅਸੀਂ ਜੋ ਜਨ ਸੇਵਾ ਕਰਦੇ ਹਾਂ ਉਹਦੇ ਨਾਲ ਅਸੀਂ ਆਪਣਾ ਜੋ ਸਵਾਰਥ ਹੈ ਉਹ ਨਹੀਂ ਰੱਖਦੇ। ਅਸੀਂ ਉਹ ਸਿਰਫ ਇਹੀ ਸੇਵਾ ਕਰਦੇ ਹਾਂ ਕਿ ਗੁਰੂ ਦੀ ਸੇਵਾ ਆ ਜਿਹੜੀ, ਕਿਉਂਕਿ ਸਾਨੂੰ ਕਿਹਾ ਗਿਆ ਆ ਕਿ ਜਿਹੜੀ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ, ਉਹੀ ਸਭ ਤੋਂ ਵੱਡੀ ਗੁਰੂ ਦੀ ਸੇਵਾ ਹੈ। ਤੇ ਟਾਡਾ ਸਾਹਿਬ, ਤੁਸੀਂ ਵੀ ਕੋਈ ਆਪਣੇ ਵਿਚਾਰ ਦੱਸੋ ਕਿ ਸੰਘਰਸ਼ ਦੇ ਅਗਲਾ ਪੜਾਅ ਜਾਂ ਉਹਦਾ ਭਵਿੱਖ ਕੀ ਸਮਝਦੇ ਹੋ ਤੁਸੀਂ? ਦੇਖੋ ਬਾਲ ਸਾਹਿਬ, ਮੈਂ ਥੋੜਾ ਜਿਹਾ ਇਸ ਤੋਂ ਆਪਣੇ ਵਿਚਾਰ ਡਿਫਰ ਰੱਖਦਾ। ਇਹ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਗੁਰੂ ਦੇ ਉੱਤੇ ਟੇਕ ਰੱਖਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ, ਔਰ ਸਾਡਾ ਫਰਜ਼ ਮਿਹਨਤ ਕਰਨਾ ਹੈ। ਪਰ ਸਾਨੂੰ ਗੁਰੂ ਸਾਹਿਬ ਨੇ ਹਰ ਜਗ੍ਹਾ ਨੀਤੀ ਵੀ ਸਿਖਾਈ ਹੈ, ਸਾਨੂੰ ਹਰ ਜਗ੍ਹਾ ਗੁਰੂ ਸਾਹਿਬ ਨੇ ਦੂਰ ਅੰਦੇਸ਼ੀ ਵੀ ਸਿਖਾਈ ਹੈ। ਅਸੀਂ ਬਿਲਕੁਲ ਅੱਖਾਂ ਮੀਟ ਕੇ ਸੰਘਰਸ਼ ਜੇਕਰ ਕਰਾਂਗੇ ਤਾਂ ਮੈਂ ਸਮਝਦਾ ਕਿ ਉਹਦਾ ਨੁਕਸਾਨ ਕਿਸੇ ਨਾ ਕਿਸੇ ਹੱਦ ਤੱਕ ਹੋ ਸਕਦਾ ਹੈ। ਜਿਹੜੀ ਇਮੀਡੀਏਟ ਇਸ ਵੇਲੇ ਜ਼ਰੂਰਤ ਹੈ ਉੱਥੇ, ਜਿਹੜੀ ਸਾਨੂੰ ਆਪਣੀਆਂ ਅੱਖਾਂ ਨੂੰ ਬਹੁਤ ਖੋਲ ਕੇ ਔਰ ਬੜਾ ਦਿਮਾਗ ਨੂੰ ਖੋਲ ਕੇ ਗੱਲ ਕਰਨੀ ਚਾਹੀਦੀ ਹੈ ਕਿ ਅੱਜ ਦੀ ਡੇਟ ਵਿੱਚ ਜੋ ਹਾਲਾਤ ਚੱਲ ਰਹੇ ਆ, ਜਿਵੇਂ ਸੰਘਰਸ਼ ਦੀ ਰੂਪ ਰੇਖਾ ਜਿਹੜੀ ਆ ਉਹ ਸਿੰਘੂ ਬਾਰਡਰ ਤੋਂ ਉੱਠ ਕੇ ਗਾਜੀਪੁਰ ਬਾਰਡਰ ਵੱਲ ਨੂੰ ਜਾ ਰਹੀ ਹੈ। ਮੈਂ ਸਮਝਦਾ ਕਿ ਸੰਘਰਸ਼ ਲਈ ਉਹਦਾ ਪਤਾ ਨਹੀਂ ਕੀ ਉਹਦੇ ਮਾਇਨੇ ਰੱਖਦੇ ਆ ਜਾਂ ਸੰਘਰਸ਼ ਨੂੰ ਉਹਦਾ ਕੀ ਬੈਨੀਫਿਟ ਹੋਣਾ, ਪਰ ਸਿੱਖਾਂ ਨੂੰ ਇਹਦਾ ਕਿਤੇ ਨਾ ਕਿਤੇ ਘਾਟਾ ਜ਼ਰੂਰ ਪੈਣਾ। ਨੰਬਰ 2, ਜਿਸ ਤਰ੍ਹਾਂ 26 ਜਨਵਰੀ ਵਾਲੀ ਘਟਨਾ ਨੂੰ ਸਾਡੀਆਂ ਲੀਡਰਸ਼ਿਪ ਨੇ ਬਹੁਤ ਬੁਰੀ ਤਰ੍ਹਾਂ ਭੰਡਿਆ, ਔਰ ਜਿਹੜੀ ਗੱਲ ਸਰਕਾਰ ਕਹਿੰਦੀ ਸੀ ਉਹੀ ਗੱਲ, ਉਹੀ ਹੂ ਲਫ਼ਜ਼ ਜਦੋਂ ਲੀਡਰਸ਼ਿਪ ਨੇ ਕਹਿਣੇ ਸ਼ੁਰੂ ਕਰਤੇ, ਤਾਂ ਮੈਂ ਸਮਝਦਾ ਸੰਘਰਸ਼ ਦਾ ਇਹਨੂੰ ਕਿਸੇ ਨਾ ਕਿਸੇ ਹੱਦ ਤੱਕ ਸਿੱਧੇ ਰੂਪ ਦੇ ਵਿੱਚ ਸੰਘਰਸ਼ ਨੂੰ ਇਹਦਾ ਨੁਕਸਾਨ ਹੋਇਆ। ਅੱਜ ਦੀ ਡੇਟ ਵਿੱਚ ਵੀ ਹਾਲੇ ਵੀ ਸ਼ਾਇਦ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ। ਮੇਰੇ ਖਿਆਲ ਨਾਲ ਲੀਡਰਸ਼ਿਪ ਨੂੰ ਅੱਜ ਦੀ ਡੇਟ ਆਪਣਾ ਜਿਹੜਾ ਜਵਾਨ ਖੂਨ ਆ, ਕਿਉਂਕਿ ਜਿਹੜਾ ਬੁਢੇਪਾ ਆ ਇਹ ਇੱਕ ਐਕਸਪੀਰੀਅੰਸ ਨੂੰ ਸ਼ੋ ਕਰਦਾ ਹੈ, ਇੱਕ ਐਕਸਪੀਰੀਅੰਸ ਦਾ ਕਹਿ ਲਓ ਕਿ ਇੱਕ ਸਾਡੇ ਸਾਹਮਣੇ ਇੱਕ ਤਜਰਬੇ ਨੂੰ ਲੈ ਕੇ ਆਉਂਦਾ ਆ। ਪਰ ਜਿਹੜੀ ਪਾਵਰ ਆ, ਜਾਂ ਜਿਹੜੀ ਕਹਿ ਲਓ ਕਿ ਜਿਹੜਾ ਗਰਮ ਖੂਨ ਆ, ਜਾਂ ਜਿਹੜਾ ਕਹਿ ਲਓ ਕਿ ਇੱਕ ਜਿਹੜਾ ਜਵਾਨ ਖੂਨ ਹੈ, ਉਹਨੇ ਜਿਹੜਾ ਕੰਮ ਕਰਨਾ ਆ ਉਹਦੀ ਵੀ ਸੰਘਰਸ਼ ਵਿੱਚ ਜ਼ਰੂਰਤ ਹੁੰਦੀ ਹੈ। ਸੰਘਰਸ਼ ਵਿੱਚ ਹਮੇਸ਼ਾ ਅਕਲ ਔਰ ਜ਼ੋਰ ਇਹ ਦੋਨੋਂ ਬਰਾਬਰ ਚੱਲਣੇ। ਕੱਲੀ ਅਕਲ ਦੇ ਨਾਲ ਵੀ ਦੁਨੀਆ ਦੇ ਕੋਈ ਸੰਘਰਸ਼ ਨਹੀਂ ਜਿੱਤੇ ਜਾਂਦੇ, ਔਰ ਕੱਲੇ ਜ਼ੋਰ ਦੇ ਨਾਲ ਵੀ ਦੁਨੀਆ ਦੇ ਕੋਈ ਸੰਘਰਸ਼ ਨਹੀਂ ਜਿੱਤੇ ਜਾਂਦੇ। ਸੋ ਸਾਡੇ ਕੋਲ ਫਾਰਚੂਨੇਟਲੀ ਸਾਡੇ ਕੋਲ ਉੱਥੇ ਜ਼ੋਰ ਵੀ ਬਹੁਤ ਕਮਾਲ ਦਾ ਸੀ, ਸਾਡੇ ਕੋਲ ਦਿਮਾਗ ਵੀ ਕਿਸੇ ਹੱਦ ਤੱਕ ਵਧੀਆ ਸੀ। ਪਰ ਮੈਂ ਸਮਝਦਾ ਕਿ ਇਹ ਦਿਮਾਗ ਔਰ ਜ਼ੋਰ ਜਿਹੜਾ ਆ ਉਹ ਆਪਸ ਵਿੱਚ ਤਾਲਮੇਲ ਨਹੀਂ ਬਣਾ ਸਕੇ, ਔਰ ਜਿਹਦਾ ਕਿਸੇ ਨਾ ਕਿਸੇ ਹੱਦ ਤੱਕ ਸਾਨੂੰ ਅੱਜ ਡੇ ਬਾਈ ਡੇ ਨੁਕਸਾਨ ਹੋ ਰਿਹਾ। ਮੇਰੀ ਦੋਨਾਂ ਧਿਰਾਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਅਪੀਲ ਹੈ ਕਿ ਇਹਦਾ ਜਿੰਨੀ ਜਲਦੀ, ਜੇ ਉਹ ਆਪ ਨਹੀਂ ਕੁਝ ਕਰ ਸਕਦੇ ਤਾਂ ਜਿਹੜੇ ਲੋਕ ਉੱਥੇ ਪ੍ਰਭਾਵ ਰਖਾਉਂਦੇ ਹਨ, ਜਾਂ NRI ਭਰਾਵਾਂ ਵਿੱਚੋਂ ਜਿਹੜੇ ਲੋਕ ਪ੍ਰਭਾਵ ਰਖਾਉਂਦੇ ਹਨ ਦੋਨਾਂ ਧਿਰਾਂ ਉੱਤੇ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਜਿੰਨੀ ਜਲਦੀ ਹੋ ਸਕਦਾ ਹੈ ਦੋਨਾਂ ਧਿਰਾਂ ਦਾ ਆਪਸ ਵਿੱਚ ਤਾਲਮੇਲ ਕਰਵਾਉਣ, ਤਾਂ ਕਿ ਜਿਹੜਾ ਸੰਘਰਸ਼ ਹੈ ਉਹ ਕਿਸੇ ਨੇਪਰੇ ਚੜ ਸਕੇ। ਹਾਂਜੀ ਭਾਜੀ, ਬਹੁਤ ਵਧੀਆ ਤੁਹਾਡੇ ਵਿਚਾਰ ਨੇ ਜੀ।
ਤੇ ਮੈਂ ਇਹ ਸੋਚਦਾ ਕਿ ਮੇਰੇ ਹਿਸਾਬ ਨਾਲ ਜਿਹੜਾ ਕੁਛ 26 ਤਰੀਕ ਦਾ ਜੋ ਹੋਇਆ ਉਹਦਾ ਕੋਈ ਇੰਨਾ ਨੁਕਸਾਨ ਤੇ ਨਹੀਂ ਹੋਇਆ, ਪਰ ਹੋਰ ਵੀ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਜਾ ਰਹੇ ਹੁਣ ਸ਼ੁਰੂ ਹੋ ਰਹੇ ਆ, ਪਿੰਡਾਂ ਵਿੱਚ ਲੋਕ ਕਹਿ ਰਹੇ ਆ ਕਿ ਅਸੀਂ ਹੋਰ ਵੀ ਇੱਥੋਂ ਲੋਕ ਜਿਹੜੇ ਭੇਜਾਂਗੇ। ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਨੇ, ਪਰ ਚੱਕਰ ਇਹ ਹੈ ਕਿ ਜਿਹੜਾ ਸੰਘਰਸ਼ ਦਾ ਮੋੜ ਸੀ, ਜਿੱਥੇ ਕਿ ਅਸੀਂ ਸਟਾਪ ਹੋ ਸਕਦੇ ਸੀ, ਇਹ ਲੱਗਿਆ ਸੀ ਕਿ ਹੁਣ ਸੰਘਰਸ਼ ਦੀ ਜਿਹੜੀ ਸਟਾਪ ਦੀ ਵਾਰੀ ਆ ਗਈ, ਲੱਗਦੀ ਹੈ ਕਿ ਮੋਦੀ ਆਪਣੇ ਇਰਾਦੇ ਵਿੱਚ ਕਾਮਯਾਬ ਹੋ ਗਿਆ। ਪਰ ਉਸ ਤੋਂ ਨਿਕਲਣ ਲਈ ਸਾਨੂੰ ਟਕੈਤ ਸਾਹਿਬ ਨੇ ਜੋ ਹੌਸਲਾ ਤੇ ਆਪਣੇ ਜਿਹੜੇ ਬੰਦੇ ਜਿਹੜੇ ਲਿਆ ਕੇ ਸਿੱਖਾਂ ਦੇ ਨਾਲ ਖੜੇ ਹੋ ਕੇ ਸਿੱਖਾਂ ਬਾਰੇ ਜੋ ਉਹਨਾਂ ਨੇ ਵਿਚਾਰ ਦਿੱਤੇ ਨੇ, ਉਹਦਾ ਬਹੁਤ ਜ਼ਿਆਦਾ ਫਾਇਦਾ ਹੋਇਆ। ਪਰ ਕਿਉਂਕਿ ਸਾਡੇ ਪੁਰਾਣੇ ਜਿਹੜੇ ਲੋਕ ਸਨ, ਬਾਦਲ ਹੋਰੀ ਜਾਂ ਉਹ ਸਾਰੇ ਸਾਡੀ ਜਵਾਨੀ ਨੂੰ ਪੰਜਾਬ ਦੇ ਵਿੱਚ ਰੁਲੀ ਹੋਈ ਸਮਝਦੇ ਸੀ। ਉਹ ਕਹਿੰਦੇ ਸੀ ਵੀ ਇਹ ਮੁੰਡੇ ਸਾਡੇ ਤਾਂ ਨਸ਼ਈ ਹੋ ਗਏ ਨੇ, ਇਹਨਾਂ ਨੇ ਹੁਣ ਕੁਝ ਕਰਨਾ ਨਹੀਂ। ਬੱਚੇ ਸਾਡੇ, ਉਹਨਾਂ ਨੇ ਜੋ ਇਹ ਕੰਮ ਕਰਕੇ ਦਿਖਾਇਆ, ਉੱਥੇ ਜਾ ਕੇ ਜਾਣਾ ਪਹਿਲਾਂ ਤੇ ਕਿੰਨੀਆਂ ਔਕੜਾਂ ਚੋਂ ਲੰਘ ਕੇ, ਇਹ ਸਾਬਿਤ ਕਰਦਾ ਹੈ ਕਿ ਸਾਡੀ ਜਵਾਨੀ ਵਿੱਚ ਅਜੇ ਵੀ ਜੋਸ਼ ਤੇ ਹੋਸ਼ ਬਾਕੀ ਆ। ਤੇ ਉਹਨਾਂ ਨੇ ਕੋਈ ਵੀ ਹੁੱਲੜਬਾਜ਼ੀ, ਜਾਣ ਲੱਗਿਆਂ ਵੀ ਕਿਸੇ ਨੂੰ ਬਹੁਤ ਤੰਗ ਨਹੀਂ ਕੀਤਾ, ਲੇਕਿਨ ਬੈਰੀਕੇਡ ਜ਼ਰੂਰ ਤੋੜੇ। ਹਾਂਜੀ ਭਾਜੀ, ਦੇਖੋ ਹਾਂਜੀ ਬਿਲਕੁਲ ਬਲ ਸਾਹਿਬ, ਦੇਖੋ ਜਿੱਦ ਤੱਕ ਸਰਕਾਰ ਦੇ ਬੈਰੀਕੇਡ ਲਾਉਣ ਦਾ ਸਵਾਲ ਹੈ, ਉਹ ਤਾਂ ਸਾਡਾ ਸਰਕਾਰ ਨਾਲ ਸੰਘਰਸ਼ ਚੱਲ ਰਿਹਾ ਸੀ। ਸੋ ਬੈਰੀਕੇਡ ਜਿਹੜਾ ਬੈਰੀਕੇਡ ਤੋੜਨਾ ਆ, ਉਹ ਸਾਡੀ ਕਿਸੇ ਹੱਦ ਤੱਕ ਮਜਬੂਰੀ ਸੀ ਜਾਂ ਉਹ ਸੰਘਰਸ਼ ਦਾ ਇੱਕ ਹਿੱਸਾ ਹੈ। ਪਰ ਉਹਦੇ ਬਾਵਜੂਦ ਜਿਸ ਤਰ੍ਹਾਂ ਬੇਸ਼ੱਕ ਉਹ ਟਰੈਕਟਰ ਰੈਲੀ ਦੀ ਵੀ ਗੱਲ ਕਰੀਏ, ਬੇਸ਼ੱਕ ਉਹ ਰਿੰਗ ਰੋਡ ਤੇ ਜਾਣ ਵਾਲਿਆਂ ਦੀ ਗੱਲ ਕਰੀਏ ਜਾਂ ਨਾ ਰਿੰਗ ਰੋਡ ਤੇ ਜਾਣ ਵਾਲਿਆਂ ਦੀ ਗੱਲ ਕਰੀਏ, ਤਾਂ ਕਰੀਬ ਕੋ 8 ਤੋਂ ਲੈ ਕੇ 10 ਲੱਖ ਇਨਸਾਨ ਉਸ ਦਿਨ ਕਹ ਲਓ ਕਿ ਜਿਨ੍ਹਾਂ ਵਿੱਚ ਬਹੁਤਾਤ ਸਿੱਖਾਂ ਦੀ ਸੀ, ਜਦੋਂ ਉਹ ਦਿੱਲੀ ਦੀਆਂ ਧਰਤੀ ਦੇ ਉੱਤੇ ਜਾਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਗੂੰਜਿਆ, ਬੇਸ਼ੱਕ ਉਹ ਲਾਲ ਕਿਲੇ ਤੇ ਜਾਣ ਵਾਲੇ ਸੱਜਣ ਹੋਣ, ਚਾਹੇ ਉਹ ਰਿੰਗ ਰੋਡ ਤੇ ਜਾਣ ਵਾਲੇ ਸੱਜਣ ਹੋਣ, ਪਰ ਇੱਕ ਵੀ ਘਟਨਾ ਐਸੀ ਜਿਹਦੇ ਵਿੱਚ ਕੋਈ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੋਵੇ ਜਾਂ ਪ੍ਰਾਈਵੇਟ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੋਵੇ ਜਾਂ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਕੋਈ ਕਿਤੇ ਕਿਸੇ ਨੇ ਅੱਖ ਚੱਕ ਕੇ ਵੀ ਦੇਖਿਆ ਹੋਵੇ, ਮੈਂ ਸਮਝਦਾ ਕਿ ਸੰਘਰਸ਼ ਦੇ ਵਿੱਚ ਜੇਕਰ ਤੁਸੀਂ ਹਿੰਦੁਸਤਾਨ ਦੇ ਪੁਰਾਣੇ ਕੋਈ 40 50 60 70 ਸਾਲ ਦੇ ਕੋਈ ਵੀ ਸੰਘਰਸ਼ ਨੂੰ ਤੁਸੀਂ ਮੈਨੂੰ ਨਾਮ ਲੈ ਕੇ ਦਿਖਾਓ ਜਿਹਦੇ ਵਿੱਚ ਇਹੋ ਜਿਹੀਆਂ ਘਟੀਆਂ ਘਟਨਾਵਾਂ ਨਾ ਹੋਈਆਂ ਹੋਣ। ਬੇਸ਼ੱਕ ਆਪਾਂ ਜੇ ਗੱਲ ਕਰੀਏ ਜਦੋਂ ਕੋਈ 2006 ਜਾਂ 7 ਦੀ 6 ਜਾਂ 7 ਦੀ ਗੱਲ ਹੈ, ਜਦੋਂ ਬਾਬਾ ਜੀ ਦੀ ਡੈਥ ਹੋਈ ਸੀ, ਉੱਤੇ ਉਹਨਾਂ ਦਾ ਕਤਲ ਹੋ ਗਿਆ ਸੀ ਆਪਣੇ ਆਸਟਰੀਆ ਦੇ ਵਿੱਚ, ਵਿਆਨਾ ਦੇ ਵਿੱਚ। ਤਾਂ ਉਸ ਤੋਂ ਬਾਅਦ ਜਿਹੜਾ ਸੰਘਰਸ਼ ਇੱਕ ਧਿਰ ਵੱਲੋਂ ਲੜਿਆ ਗਿਆ, ਉਹਦੇ ਵਿੱਚ ਅਰਬਾਂ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਪੰਜਾਬ ਦੀ ਖਾਸ ਕਰਕੇ ਨੁਕਸਾਨੀ ਗਈ ਸੀ। ਈਵਨ ਉਸ ਤੋਂ ਬਾਅਦ ਜਦੋਂ ਸੱਚੇ ਸੌਦੇ ਵਾਲੇ ਸਾਧ ਦਾ ਜਦੋਂ ਚੱਕਰ ਹੋਇਆ, ਤਾਂ ਪੰਚਕੂਲੇ ਦੇ ਵਿੱਚ ਬਹੁਤ ਸਾਰੀ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ। ਹਰਿਆਣੇ ਦੇ ਸੰਘਰਸ਼ ਦੌਰਾਨ ਬਹੁਤ ਵੱਡਾ ਨੁਕਸਾਨ ਕੀਤਾ ਗਿਆ। ਉਸ ਤੋਂ ਇਲਾਵਾ ਹਿੰਦੁਸਤਾਨ ਵਿੱਚ ਈਵਨ ਜਦੋਂ ਨਿਰਭਇਆ ਕਾਂਡ ਹੋਇਆ, ਉਸ ਤੋਂ ਬਾਅਦ ਵੀ ਲੋਕਾਂ ਨੇ ਪ੍ਰਾਈਵੇਟ ਬੱਸਾਂ ਨੂੰ, ਪ੍ਰਾਈਵੇਟ ਕਾਰਾਂ ਨੂੰ ਜਲਾਇਆ ਔਰ ਹੋਰ ਐਸੀਆਂ ਘਟਨਾਵਾਂ ਕੀਤੀਆਂ। ਪਰ ਮੈਂ ਸਮਝਦਾ ਕਿ ਸ਼ਾਇਦ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਇਹ ਸ਼ਾਇਦ ਇੱਕ ਪਹਿਲਾ ਐਸਾ ਵੱਡਾ ਸੰਘਰਸ਼ ਹੈ ਜਿਹਦੇ ਵਿੱਚ 8-10 ਲੱਖ ਬੰਦੇ ਨੇ ਸ਼ਮੂਲੀਅਤ ਕੀਤੀ ਹੋਵੇ ਔਰ ਇੰਨੇ ਪੀਸਫੁਲੀ ਬਿਨਾਂ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਪ੍ਰਾਪਰਟੀ ਨੂੰ ਤੇ ਉਂਗਲ ਵੀ ਨਾ ਚੱਕੀ ਹੋਵੇ, ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਨਾ ਅੱਖ ਵਿੱਚ ਚੱਕ ਕੇ ਦੇਖਿਆ ਹੋਵੇ। ਸੋ ਮੈਂ ਸਮਝਦਾ ਕਿ ਇਸ ਕੰਮ ਵਾਸਤੇ ਸਾਡੇ ਜਿੰਨੇ ਵੀ ਸੰਘਰਸ਼ੀਲ ਧਿਰਾਂ ਸੀ, ਚਾਹੇ ਉਹ ਸਿੱਖ ਸਨ, ਚਾਹੇ ਉਹ ਹਰਿਆਣਵੀ ਵੀਰ ਸਨ, ਚਾਹੇ ਉਹ ਯੂਪੀ ਦੀਆਂ ਦੇ ਵੀਰ ਸਨ, ਉਹਨਾਂ ਵੱਲੋਂ ਇਹ ਇੱਕ ਕੰਟਰੋਲਡ ਤਰੀਕੇ ਦੇ ਨਾਲ ਜਿਹੜਾ ਮਾਰਚ ਕੀਤਾ ਗਿਆ, ਮੈਂ ਸਮਝਦਾ ਕਿ ਉਹ ਸਾਰੇ ਬਹੁਤ ਇੱਕ ਵੱਡੇ ਵਧਾਈ ਦੇ ਪਾਤਰ ਹੈ। ਔਰ ਉਹਨਾਂ ਦੀ ਇਸ ਸੰਜਮ ਨੂੰ ਮੇਰਾ ਦਿਲ ਕਹਿੰਦਾ, ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਹਨਾਂ ਦੇ ਇਸ ਸੰਜਮ ਨੂੰ, ਉਹਨਾਂ ਦੀ ਇਸ ਇਨਸਾਨੀਅਤ ਨੂੰ ਗੁਰੂ ਮਹਾਰਾਜ ਜ਼ਰੂਰ ਫਲ ਲਾਉਣਗੇ ਔਰ ਇਸ ਸੰਘਰਸ਼ ਦੇ ਚੰਗੇ ਨਤੀਜੇ ਨਿਕਲਣਗੇ। ਬਹੁਤ ਵਧੀਆ ਭਾਜੀ, ਬਹੁਤ ਵਧੀਆ। ਮੈਂ ਸੱਚੀ ਗੱਲ ਕਹਿਣਾ ਕਿ ਉੱਥੇ ਕੁਝ ਲੋਕਾਂ ਨੇ, ਕੁਝ ਬੱਚਿਆਂ ਨੇ ਆਪਣੀਆਂ ਵੀਡੀਓ ਵੀ ਸ਼ੇਅਰ ਕੀਤੀਆਂ ਨੇ, ਜਿਹੜੇ ਕਹਿੰਦੇ ਨੇ ਕਿ ਭਾਈ ਜਦੋਂ ਪੰਜਾਬੀ ਇੱਥੋਂ ਚਲੇ ਜਾਣਗੇ ਅਸੀਂ ਤਾਂ ਬਹੁਤ ਜਣੀ ਦੁਖੀ ਹੋਵਾਂਗੇ। ਜੀ ਬਿਲਕੁਲ। ਉੱਥੇ ਇੱਕ ਔਰਤ ਨੇ ਇਹ ਵੀ ਕਿਹਾ ਕਿ ਮੈਂ ਇੱਥੇ ਦਿੱਲੀ ਵਿੱਚ ਸੈੱਟ ਹੋਈ ਹਾਂ, ਪਰ ਜੇ ਮੈਨੂੰ ਪੰਜਾਬੀਆਂ ਦਾ ਏਦਾਂ ਪਤਾ ਹੁੰਦਾ ਤੇ ਮੈਂ ਪੰਜਾਬ ਵਿੱਚ ਜਾ ਕੇ ਰਹਿਣਾ ਸੀ। ਜੀ ਬੜੀ ਇਮੋਸ਼ਨਲ ਗੱਲ ਹੈ ਜੀ, ਬਿਲਕੁਲ ਬੜੀ ਇਮੋਸ਼ਨਲ ਗੱਲ ਹੈ ਜੀ ਇਹ। ਤੇ
ਇਹਦੇ ਨਾਲ ਸਿੱਖਾਂ ਦਾ ਜਿਹੜਾ ਵਕਾਰ ਹੈ ਬਹੁਤ ਜ਼ਿਆਦਾ ਉੱਚਾ ਹੋਇਆ ਹੈ ਤੇ ਉੱਥੋਂ ਦੇ ਆਲੇ ਦੁਆਲੇ ਦੇ ਜੋ ਲੋਕ ਹੈ ਉਹਨਾਂ ਨੇ ਆਪਣੇ, ਜਦੋਂ ਉਹਨਾਂ ਨੇ ਇੰਟਰਨੈਟ ਬੰਦ ਕੀਤਾ, ਉਹ ਆਪਣੇ ਜਿਹੜੇ ਆਪਣੀ ਉਹਨਾਂ ਦੇ ਇੰਟਰਨੈਟ ਉਹਨਾਂ ਕੋਲ ਹੈ, ਉਹਨਾਂ ਦੇ ਪਾਸਵਰਡ ਉਹਨਾਂ ਨੇ ਕੰਧਾਂ ਦੇ ਉੱਤੇ ਲਿਖ ਕੇ ਲਾਏ ਆ ਕਿ ਹਾਂਜੀ ਵੀ ਤੁਸੀਂ ਇਹ ਇੰਟਰਨੈਟ ਤੁਸੀਂ ਸਾਡਾ ਯੂਜ਼ ਕਰੋ। ਇਹ ਬਹੁਤ ਵੱਡੀ ਗੱਲ ਹੈ ਇਹ, ਕਿਉਂਕਿ ਜਿਹੜਾ ਸੰਘਰਸ਼ ਨਾਲ ਇੱਕ ਮਿਲਣਾ ਤੇ ਉਹਦੇ ਵਿੱਚ ਆਪਣੇ ਜਿਹੜੀ ਸਰਕਾਰ ਦੇ ਅਗੇਂਸਟ ਜਿਹੜੀ ਚੀਜ਼ ਜਾ ਰਹੀ ਹੈ ਉਹ ਵੀ ਕਰਨੀ, ਇਹ ਬਹੁਤ ਵਧੀਆ ਗੱਲ ਹੈ ਪੰਜਾਬ ਦੇ ਲੋਕਾਂ ਲਈ। ਇੱਕ 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 ਜਿਹੜਾ ਇਹ ਚਾਨਣ ਮੁਨਾਰਾ ਹੋ ਗਿਆ ਕਿ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਬਾਹਰ ਜਾ ਕੇ ਵੀ ਵਾਹ ਖੱਟੀ ਹੈ। ਦਿੱਲੀ ਵਿੱਚ ਜਾ ਕੇ ਇਹਨਾਂ ਨੇ ਜੋ ਲੰਗਰ ਲਾਏ ਨੇ ਔਰ ਨਿਸ਼ਕਾਮ ਸੇਵਾ ਕੀਤੀ, ਆਉਣ ਜਾਣ ਵਾਲੇ ਨੂੰ ਵੀ ਖਵਾਉਂਦੇ ਨੇ। ਪਰ ਇਹ ਜਿਹੜੀ ਚੀਜ਼ ਹੈ ਪੰਜਾਬੀਆਂ ਵਿੱਚ ਵਸੀ ਹੋਈ ਹੈ, ਇਹਦੇ ਵਿੱਚ ਸਿੱਖ ਧਰਮ ਦਾ ਖਾਸ ਕਰਕੇ ਧਿਆਨ ਹੈ, ਪਰ ਬਾਕੀ ਇਹਦੇ ਨਾਲ ਹਿੰਦੂ ਵੀਰ ਵੀ, ਮੁਸਲਮਾਨ ਵੀਰ ਵੀ ਜੁੜੇ ਹੋਏ ਨੇ। ਇਹ ਸਾਰਾ ਕੁਝ ਇਕੱਠਾ ਹੋ ਕੇ ਇਹ ਚੱਲ ਰਿਹਾ ਹੈ। ਮੈਂ ਸਮਝਦਾ ਕਿ ਇਸ ਸੰਘਰਸ਼ ਦੀ ਜਿੱਤ, ਕਿਉਂਕਿ ਸਾਡੇ ਨਾਲ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ਬੜੇ ਲੋਕ ਆਣ ਕੇ ਲੋਕ ਜੁੜੇ ਨੇ ਤੇ ਆਪਣੇ ਆਪਣੇ ਥਾਂ ਤੇ ਬੈਠੇ ਵੀ ਸੰਘਰਸ਼ ਕਰ ਰਹੇ, ਜਿਹੜੇ ਇੱਥੇ ਨਹੀਂ ਆਏ। ਉਹ ਇਹ ਹਾਲਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਕਿ ਸਾਰਾ ਹਿੰਦੁਸਤਾਨ ਹੀ ਇਸ ਵੇਲੇ ਸੰਘਰਸ਼ ਵਿੱਚ ਜਿਹੜਾ ਜੂਝਿਆ ਹੋਇਆ ਹੈ। ਹਾਂਜੀ ਪਰਮਿੰਦਰ ਭਾਜੀ, ਤੁਸੀਂ ਇਸ ਬਾਰੇ ਕੀ ਖਿਆਲ ਰੱਖੋਗੇ ਜੀ? ਦੇਖੋ ਜੀ, ਮੈਂ ਜੇ ਇਤਿਹਾਸ ਦੇ ਵਿੱਚ ਜਾ ਕੇ ਇਤਿਹਾਸ ਦੇ ਝਰੋਖਿਆਂ ਤੋਂ ਵੇਖੀਏ 1984 ਨਵੰਬਰ ਦੀ ਗੱਲ ਕਰਨੀ ਬਣਦੀ ਹੈ, ਜਦੋਂ ਕਿ ਪੰਜਾਬ ਤੋਂ ਬਾਹਰਲੇ ਸਿੱਖਾਂ ਨਾਲ ਬਹੁਤ ਅਣਮਨੁੱਖੀ ਤਸ਼ੱਦਦ ਹੋਏ, ਤਸੀਹੇ ਹੋਏ, ਇੱਕ ਤਰ੍ਹਾਂ ਦੀ ਹਨੇਰੀ ਚੱਲੀ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਜਿਹੜਾ ਨਿਰਦੋਸ਼ਿਆਂ ਦਾ ਘਾਣ ਕੀਤਾ ਗਿਆ, ਬੀਬੀਆਂ ਜਿਹੜੀਆਂ ਬੇਪਤ ਹੋਈਆਂ। ਉਹ ਗੱਲ ਜਿਹੜੀ ਹੈ 84 ਤੋਂ ਲੈ ਕੇ ਅੱਜ ਤੱਕ ਉਹ ਗੱਲ ਜਿਹੜੀ ਹੈ ਉਹ ਸਿੱਖਾਂ ਦੇ ਜਿਹੜੇ ਹਿਰਦੇ ਨੇ ਉਹ ਵਲੂੰਦਰੇ ਗਏ ਨੇ। ਉਹਨਾਂ ਦਾ ਅੱਜ ਤੱਕ ਕੋਈ ਮਰਹਮ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਕੋਈ ਲਾ ਨਹੀਂ ਸਕਿਆ। 26 ਤਰੀਕ ਵਾਲੀ ਘਟਨਾ ਤੋਂ ਬਾਅਦ 28 ਤਰੀਕ ਤੱਕ ਇੱਕ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਵੀ ਕਾਫੀ ਹੱਦ ਤੱਕ ਖੜੌਤ ਆ ਗਈ। ਔਰ ਕਿਉਂਕਿ ਉੱਥੇ ਬਹੁ ਗਿਣਤੀ ਜਿਹੜੀ ਹੈ ਉਹ ਪੰਜਾਬ ਤੋਂ ਗਏ ਲੋਕਾਂ ਦੀ ਸੀ, ਜਾਂ ਜਿਹੜੇ ਯੂਪੀ ਤੋਂ, ਉੱਤਰਾਖੰਡ ਤੋਂ ਲੋਕੀ ਸਿੱਖ ਵਿਚਾਰਧਾਰਾ ਨਾਲ ਸਹਿਮਤ ਹੋਣ ਵਾਲੇ ਲੋਕ ਸੀ, ਉਹ ਉਸ ਸੰਘਰਸ਼ ਦੇ ਵਿੱਚ ਉਹਨਾਂ ਦੀ ਗਿਣਤੀ ਬਹੁਤਾਇਤ ਦੇ ਵਿੱਚ ਸੀ। ਉਹਨਾਂ ਨੂੰ ਇੱਕ ਤਰ੍ਹਾਂ ਦਾ ਇਦਾਂ ਦਾ ਮਹਿਸੂਸ ਹੋਣ ਲੱਗ ਗਿਆ ਜਾਂ ਇਦਾਂ ਦਾ ਖਲਾਅ ਪੈ ਗਿਆ ਸਿਸਟਮ ਦੇ ਵਿੱਚ। ਉੱਥੋਂ ਦਾ ਇੱਕ ਗੁੱਜਰ ਨੇਤਾ ਬੀਜੇਪੀ ਦਾ, ਉਹਨੇ ਆ ਕੇ ਆਪਣਾ ਗਾਜ਼ੀਪੁਰ ਬਾਰਡਰ ਦੇ ਉੱਤੇ ਕੁਝ ਇਦਾਂ ਦੀ ਹਿੰਸਕ ਘਟਨਾਵਾਂ ਹੋਈਆਂ, ਜਿੱਥੋਂ ਇਦਾਂ ਦਾ ਇੱਕ ਫੋਟੋ ਦੇਖਣ ਨੂੰ ਮਿਲੀ, ਇਦਾਂ ਦਾ ਇੱਕ ਮੰਜ਼ਰ ਨਜ਼ਰ ਆ ਗਿਆ ਕਿ ਹੁਣ ਫਿਰ ਸਿੱਖਾਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਜਾ ਸਕਦਾ। ਤੇ ਮੈਂ ਇੱਥੇ ਇਹ ਕਹਾਂਗਾ ਵੀ ਸਰਕਾਰ ਨੂੰ ਇਹ ਗੱਲ ਚੇਤੇ ਕਰ ਲੈਣੀ ਚਾਹੀਦੀ ਹੈ ਕਿ ਜੇ 84 ਵਾਲੇ ਇਨਸੀਡੈਂਟ ਤੋਂ ਬਾਅਦ ਅੱਜ ਤੱਕ ਸਿੱਖਾਂ ਦੇ ਦਿਲਾਂ ਤੇ ਮਰਹਮ ਲਾਉਣ ਦਾ ਕੰਮ ਕੋਈ ਨਹੀਂ ਕਰ ਸਕਿਆ, ਤੇ ਜਿਹਦਾ ਖਾਮਿਆਜਾ ਇਹ ਭੁਗਤਿਆ ਕਿ ਸੰਸਾਰ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਵੱਖਰਾ ਮੁਲਕ ਲੈਣ ਦੀ ਜਿਹੜੀ ਭਾਵਨਾ ਜਿਹੜੀ ਆ ਉਹ ਪ੍ਰਬਲ ਹੋਈ ਆ। ਤੇ ਹੁਣ ਜੇ ਕੋਈ ਇਹੋ ਜਿਹਾ ਕਾਰਾ ਫੇਰ ਹੋ ਗਿਆ, ਰੱਬ ਨਾ ਕਰੇ, ਤੇ ਇਹ ਜਿਹੜੀ ਇੱਛਾ ਪ੍ਰਬਲ ਨਹੀਂ ਹੋਏਗੀ, ਉਹ ਇੱਕ ਗੱਡੀ ਜਿਹੜੀ ਆ ਵੱਖਰੇ ਗੇਅਰ 'ਚ ਪੈ ਸਕਦੀ ਆ। ਸਰਕਾਰ ਨੂੰ ਇਹ ਚੀਜ਼ ਬੜੇ ਗੌਰ ਨਾਲ ਸੋਚਣੀ ਚਾਹੀਦੀ ਆ। ਜਾਂ ਜਿਹੜੇ ਦੂਜੀਆਂ ਇਹ ਸੋਚਦੇ ਨੇ ਕਿ 84 ਵਾਲਾ ਕੰਮ ਅਸੀਂ ਫਿਰ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਕਰ ਸਕਦੇ ਹਾਂ, ਇਹ ਮੁਲਕ ਵਾਸਤੇ ਬਹੁਤ ਜਿਹੜੀ ਆ ਦੁਖਦਾਈ ਘਟਨਾ ਹੋਵੇਗੀ। ਦੂਜੇ ਪਾਸੇ ਮੈਂ ਇਹ ਕਹਾਂਗਾ ਕਿ ਜਿਹੜਾ 28 ਤਰੀਕ ਨੂੰ ਟਕੈਤ ਸਾਹਿਬ ਨੇ ਇੱਕ ਉਹ ਹੰਝੂਆਂ ਵਾਲਾ ਜਿਹੜਾ ਉਹ ਐਪੀਸੋਡ ਖੜਾ ਕੀਤਾ, ਉਹਦੇ ਤੋਂ ਬਾਅਦ ਜਿਹੜੀ ਉਹ ਸੰਘਰਸ਼ ਦੇ ਵਿੱਚ ਜਿਹੜੀ ਖੜੌਤ ਆ ਗਈ ਸੀ, ਉਹਨੂੰ ਇੱਕ ਦੁਬਾਰਾ ਫਿਰ ਬਲ ਮਿਲਿਆ। ਉਹ ਸੰਘਰਸ਼ ਦੁਬਾਰਾ ਫਿਰ ਪੂਰੇ ਜੋਬਨ ਤੇ ਆਈ ਹੈ। ਸੋ ਇਹ ਸੰਘਰਸ਼ ਜਿਹੜੇ ਨੇ, ਇਹਦੇ ਪੜਾਅ ਨੇ, ਇਹਦੇ ਵਿੱਚ ਕਈ ਵਾਰੀ ਉਤਾਰ ਚੜਾਅ ਆ ਸਕਦੇ ਨੇ ਕਿ ਜੋ ਕਿ ਬਹੁਤ ਸੁਭਾਵਕ ਨੇ। ਸੋ ਸਾਨੂੰ ਇੰਨਾ ਚਿੰਤਤ ਹੋਣ ਦੀ ਲੋੜ ਨਹੀਂ, ਪਰ ਜੇ ਅਸੀਂ ਆਪਣੇ ਲੀਡਰ ਨੂੰ ਸਹੀ ਲੀਡਰ ਮੰਨੀਏ ਤਾਂ ਸਾਨੂੰ ਲੀਡਰਾਂ ਦੀ ਗੱਲ ਮੰਨਣੀ ਚਾਹੀਦੀ ਹੈ। ਪਰ ਦੇਖੋ, ਜੇ ਤੁਸੀਂ ਇਸ ਗੱਲ ਨੂੰ ਜਾ ਕੇ ਤੁਸੀਂ ਬਰਗਾੜੀ ਕਾਂਡ ਨਾਲ ਜਾ ਕੇ ਜੋੜਦੇ ਆ, ਜਾਂ ਇਹਨੂੰ ਇਤਿਹਾਸ 'ਚ ਜਾ ਕੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਕਾਂਡ ਨਾਲ ਜੋੜਦੇ ਆ ਪੰਜਾਬ ਦੇ ਵਿੱਚ, ਤੇ ਮੈਂ ਇਹ ਕਹਾਂਗਾ ਵੀ ਉਹ ਸਿੱਖ ਜਿਹੜੇ ਨੇ ਉਸ ਗੱਲ ਨੂੰ ਮੂਵਮੈਂਟ ਨਹੀਂ ਬਣਾ ਸਕੇ, ਤੇ ਕਿਸਾਨਾਂ ਨੇ ਜਿਹੜੀ ਆਪਣੀਆਂ ਵਾਸਤੇ ਏਡੀ ਵੱਡੀ ਮੂਵਮੈਂਟ ਬਣਾਈ ਆ। ਸੋ ਸਾਨੂੰ ਉਸ ਕਿਸਾਨੀ ਸੰਘਰਸ਼ ਤੋਂ, ਕਿਸਾਨ ਲੀਡਰਾਂ ਤੋਂ, ਕਿਸਾਨ ਆਗੂਆਂ ਤੋਂ, ਕਿਸਾਨਾਂ ਤੋਂ ਇੱਕ ਸਿੱਖਾਂ ਨੂੰ ਇੱਕ ਸੇਧ ਲੈਣੀ ਚਾਹੀਦੀ ਹੈ ਕਿ ਜੇ ਸੰਘਰਸ਼ ਲੜਨਾ ਹੈ ਤੇ ਉਹ ਕਿਵੇਂ ਲੜਨਾ ਹੈ। ਸ਼ਾਂਤਮਈ ਢੰਗ ਨਾਲ ਲੜਨਾ ਹੈ, ਲਾਮਬੰਦ ਹੋ ਕੇ ਲੜਨਾ ਹੈ, ਅਸੀਂ ਲੋਕਾਂ ਨੂੰ ਨਾਲ ਲੈ ਕੇ ਲੜਨਾ ਹੈ, ਤਾਂ ਕਿ ਇਹ ਜਿਹੜੀ ਹੈ ਇੱਕ ਅਸੀਂ ਸਵਾਭਿਮਾਨ ਦੇ ਨਾਲ ਲੜਾਈ ਲੜ ਸਕੀਏ,
ਆਪਣੀ ਗੈਰਤ ਨੂੰ ਜ਼ਿੰਦੇ ਰੱਖ ਸਕੀਏ ਤੇ ਆਪਣੇ ਗੋਲ ਵੱਲ, ਆਪਣੇ ਟੀਚੇ ਵੱਲ ਵੱਧ ਸਕੀਏ। ਬਹੁਤ ਵਧੀਆ ਭਾਈ, ਤੁਹਾਡੇ ਬਹੁਤ ਵਧੀਆ ਵਿਚਾਰ ਨੇ ਜੀ। ਗੱਲ ਇਹ ਹੈ ਕਿ ਮੇਰੇ ਸਮਝ ਵਿੱਚ ਇਹ ਆਉਂਦਾ ਕਿ ਨਾ ਕੇਵਲ ਅਸੀਂ ਆਪਣੀ ਜਵਾਨੀ ਨੂੰ ਇਹ ਸਾਡੀ ਜਵਾਨੀ ਨੇ ਸਾਬਤ ਕਰ ਦਿੱਤਾ ਕਿ ਉਹ ਸਿਰਫ ਨਸ਼ੇੜੀ ਨਹੀਂ, ਬੜੇ ਭਾਵੁਕ ਤੌਰ ਤੇ ਸਿੱਖੀ ਨਾਲ ਜੁੜੇ ਹੋਏ ਨੇ। ਚਾਹੇ ਉਹ ਕਿਸ ਤਰ੍ਹਾਂ ਦੀ ਵੀ ਸ਼ੇਪ ਵਿੱਚ ਨੇ, ਉਹਨਾਂ ਨੇ ਜੋ ਪੰਜਾਬ ਦਾ ਹਾਲਾਤ ਸੀ ਉਹਨੂੰ ਨਜ਼ਰ ਰੱਖਦਿਆਂ ਹੋਇਆ ਜਿਹੜੇ ਟਿਕਰੀ ਬਾਰਡਰ ਜਾਂ ਹੋਰ ਕਿਸੇ ਪਾਸੇ ਹਰ ਬਾਰਡਰ ਤੇ ਜਾ ਕੇ ਖੜੇ ਹੋਏ ਨੇ। ਮੈਂ ਜਿਨ੍ਹਾਂ ਨੇ ਮਾਇਆ ਦਿੱਤੀ ਹੈ ਉਹਨਾਂ ਵਿੱਚ ਉਹ ਬੰਦੇ ਨੇ ਜਿਨ੍ਹਾਂ ਨੇ ਕਰੋੜਾਂ ਰੁਪਈਆ ਇਸ ਸੰਘਰਸ਼ ਦੇ ਵਾਸਤੇ ਦੇ ਦਿੱਤਾ। ਅਸੀਂ ਕਈ ਵਾਰੀ ਉਹਨਾਂ ਤੋਂ ਕਾਲ ਕਰਕੇ ਕਈ ਵਾਰੀ ਪੁੱਛਿਆ ਕਿ ਉਹ ਕਹਿੰਦੇ ਮਾਇਆ ਨਹੀਂ ਸਾਨੂੰ ਚਾਹੀਦੀ, ਸਾਨੂੰ ਸਿਰਫ ਇਹ ਚਾਹੀਦਾ ਕਿ ਤੁਸੀਂ ਇਹ ਸਾਡੀ ਜਿਹੜੀ ਆ ਇਹਦਾ ਜਿਹੜੀ ਮੀਡੀਆ ਦੇ ਉੱਤੇ ਸਾਡੀ ਕੋਈ ਖਬਰ ਨਹੀਂ ਲੱਗਦੀ, ਪਰ ਤੁਸੀਂ ਜਿਹੜੇ ਇਹਦੇ YouTube ਤੇ ਇੱਥੇ ਵੀਡੀਓ ਜ਼ਰੂਰ ਪਾਓ ਤਾਂ ਕਿ ਸਾਨੂੰ ਪਤਾ ਲੱਗੇ ਕਿੰਨੇ ਕੁ ਲੋਕ ਸਾਡੇ ਨਾਲ ਹੋਰ ਵੀ ਨੇ। ਤੇ ਇਹ ਜਿਹੜੀ ਜ਼ਰੂਰੀ ਆ, ਤੇ ਅਸੀਂ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਇੱਥੇ ਬਣਾਇਆ ਆ ਤਾਂ ਕਿ ਅਸੀਂ YouTube ਦੇ ਉੱਤੇ ਸਾਰਾ ਜੋ ਮਟੀਰੀਅਲ ਹੈ ਪਾ ਦਿੰਦੇ ਆ ਬਾਅਦ ਦੇ ਵਿੱਚ, ਤੇ ਲੋਕ ਕਦੀ ਵੀ ਦੇਖ ਸਕਦੇ ਆ। ਤੇ ਮੈਂ ਹੁਣ ਬੇਨਤੀ ਕਰਾਂਗਾ ਤੁਹਾਨੂੰ ਕਿ ਤੁਸੀਂ ਜੇ ਥੋੜਾ ਜਿਹਾ ਇਸ ਗੱਲ ਬਾਰੇ, ਜੇ ਆਪਣੀ ਸੰਸਥਾ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਹੋ, ਜੋ ਕੁਝ ਤੁਹਾਡੇ ਅਜੇ ਕੋਈ ਖਾਲੀ ਰਹਿ ਗਈ ਹੋਏ ਤੇ ਤੁਸੀਂ ਦੱਸ ਦਿਓ। ਥੋੜਾ ਟਾਈਮ ਰਹਿ ਗਿਆ ਹਾਲੇ। ਬਲ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਲੋਕਾਂ ਨੂੰ ਚੇਤੰਨ ਕਰਦੇ ਹੋ, ਲੋਕਾਂ ਤੱਕ ਇਹ ਮੈਸੇਜ ਪਹੁੰਚਾ ਰਹੇ ਹੋ ਕਿ ਅਸੀਂ ਸੰਘਰਸ਼ ਦੀ ਸੇਵਾ ਕਿਵੇਂ ਕਰਨੀ ਆ, ਸੰਘਰਸ਼ ਨੂੰ ਕਿਹੜੇ ਅਸੀਂ ਪੱਖ ਨਾਲ ਦੇਖਣਾ। ਇਹ ਤੁਹਾਡੀ ਬਹੁਤ ਵੱਡੀ ਦੂਰਅੰਦੇਸ਼ੀ ਆ। ਮਹਾਰਾਜ ਕਰੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਏਦਾਂ ਹੀ ਸੰਘਰਸ਼ੀਲ ਯੋਧਿਆਂ ਦੀ, ਭਾਵੇਂ ਪੰਜਾਬ ਦੇ ਹੋਣ ਜਾਂ ਕਿਸੇ ਵੀ ਮੁਲਕ ਹੋਣ, ਤੁਸੀਂ ਉਹਨਾਂ ਦਾ ਸਾਥ ਦਿੰਦੇ ਰਹੋ ਤੇ ਗੁਰੂ ਮਹਾਰਾਜ ਆਪਣੇ ਆਪ ਚੜ੍ਹਦੀ ਕਲਾ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਜੀ। ਅੱਛਾ ਜੀ, ਸਭ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਆਪਣੇ ਟਾਂਡਾ ਸਾਹਿਬ। ਸ਼ੁਕਰੀਆ ਆਪਣਾ ਬਲ ਸਾਹਿਬ, ਤੁਹਾਡਾ ਸਾਨੂੰ ਮੌਕਾ ਦੇਣ ਦਾ ਔਰ ਸਮਾਂ ਦੇਣ ਦਾ। ਬਾਕੀ ਤੁਸੀਂ ਜਿਵੇਂ ਵੀ ਸਾਨੂੰ ਕਦੀ ਵੀ ਯਾਦ ਕਰੋ ਸੰਘਰਸ਼ ਦੇ ਮਾਮਲੇ ਦੇ ਵਿੱਚ, ਜਿੰਨੇ ਕਿ ਸਾਨੂੰ ਮਹਾਰਾਜ ਨੇ ਬਲ ਬੁੱਧ ਬਖਸ਼ਿਆ, ਅਸੀਂ ਆਪਣੀ ਬੁੱਧ ਦੇ ਹਿਸਾਬ ਨਾਲ ਜਿੰਨਾ ਵੀ ਉਹਦੇ ਵਿੱਚ ਕੋਈ ਯੋਗਦਾਨ ਪਾ ਸਕਦੇ ਹਾਂ ਅਸੀਂ ਜ਼ਰੂਰ ਪਾਵਾਂਗੇ। ਉੱਥੇ ਵੀ ਅਸੀਂ ਪਾ ਰਹੇ ਹਾਂ ਜਿੰਨਾ ਸਿੱਖ ਫਾਰ ਹਿਊਮੈਨਿਟੀ ਵੱਲੋਂ ਅਸੀਂ ਉੱਥੇ ਵੀ ਯੋਗਦਾਨ ਪਾਇਆ। ਸਿੱਖ ਪੰਚਾਇਤ ਦੇ ਨਾਲ ਰਲ ਕੇ ਅਸੀਂ ਉੱਥੇ ਕੁਝ ਕੰਮ ਕੀਤੇ ਹੈ। ਇਸ ਤੋਂ ਇਲਾਵਾ ਹੋਰ NRI ਵੀਰਾਂ ਦੇ ਨਾਲ ਰਲ ਕੇ ਜਿੰਨਾ ਵੀ ਉੱਥੇ ਟਿਕਰੀ ਬਾਰਡਰ ਤੇ ਔਰ ਸਿੰਘੂ ਬਾਰਡਰ ਦੇ ਉੱਤੇ ਜਿੰਨਾ ਕੁ ਅਸੀਂ ਸੇਵਾ ਦਾ ਯੋਗਦਾਨ ਪਾ ਸਕੇ ਹਾਂ ਆਪਣੇ ਵੱਲੋਂ ਸਿੱਖ ਫਾਰ ਹਿਊਮੈਨਿਟੀ ਵੱਲੋਂ ਅਸੀਂ ਪਾਇਆ। ਬਾਕੀ ਤੁਸੀਂ ਮੌਕਾ ਦਿੱਤਾ, ਤੁਹਾਡਾ ਮੈਂ ਤਹਿ ਦਿਲੋਂ ਮਸ਼ਕੂਰ ਹਾਂ। ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਵੀ ਭਾਜੀ ਮੇਰੇ ਖਿਆਲ ਨਾਲ ਉਹ ਨਹੀਂ ਆਨਲਾਈਨ ਹੈ ਜੀ। ਨਹੀਂ, ਉਹ ਸੁਣਦੇ ਤਾਂ ਜ਼ਰੂਰ ਹੋਣਗੇ ਤੇ ਚਲੋ ਐਨੀਵੇ। ਹਾਂਜੀ, ਉਹ ਆ ਗਏ ਜੀ, ਆ ਗਏ ਉਹ ਵੀ ਭਾਜੀ, ਆ ਗਏ ਉਹ ਵੀ ਭਾਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਅਮਰਜੀਤ ਭਾਜੀ ਦਾ ਵੀ, ਜਿਨ੍ਹਾਂ ਨੇ ਜਿਹੜਾ ਪ੍ਰੋਗਰਾਮ ਸਾਰਾ ਬਣਾਇਆ ਤਾਂ ਕਿ ਅਸੀਂ ਆਪਣੇ ਵਿਚਾਰ ਸਾਰੇ ਸੰਗਤ ਸਾਹਮਣੇ ਰੱਖ ਸਕਦੇ ਹਾਂ। ਤੇ ਇਹ ਜਿਹੜਾ ਸਾਰਿਆਂ ਤੋਂ ਵੱਡਾ ਉਪਰਾਲਾ ਤੁਸੀਂ ਕੀਤਾ ਆ, ਕਈ ਦਿਨਾਂ ਤੋਂ ਚੱਲ ਰਿਹਾ ਹੈ। ਇਸ ਵੇਲੇ ਇਹ ਕੋਈ 70 ਤੋਂ ਉੱਤੇ ਐਪੀਸੋਡ ਹੋ ਗਏ ਨੇ, ਤੇ ਇਹ ਬਹੁਤ ਵਧੀਆ ਪ੍ਰੋਗਰਾਮ ਹੈ। ਇਸ ਦੀ ਬਹੁਤ ਸ਼ਲਾਘਾ ਹੋ ਰਹੀ ਹੈ ਔਰ ਮੈਂ ਸੋਚਦਾ ਕਿ ਇਹਨੂੰ ਅਕਾਲ ਪੁਰਖ ਵਾਹਿਗੁਰੂ ਚਾਰ ਚੰਨ ਲਾਵੇ। ਇਸੇ ਤਰ੍ਹਾਂ ਹੀ ਤੁਹਾਡਾ ਇਹ ਪ੍ਰੋਗਰਾਮ ਸਾਰਿਆਂ ਥਾਵਾਂ ਤੇ ਲੋਕਾਂ ਨੂੰ ਦੇਖਣ ਨੂੰ ਮਿਲੇ। ਤੇ ਹੁਣ ਆਪਾਂ ਟਾਈਮ ਦਾ ਕੀ ਹੈਗਾ, ਇਸ ਵੇਲੇ ਕਿੰਨਾ ਟਾਈਮ ਰਹਿੰਦਾ ਜੀ? ਅੱਛਾ ਜੀ, ਅਖੀਰ ਵਿੱਚ ਮੈਂ ਸਾਰੇ ਸਰੋਤਿਆਂ ਦਾ ਜਿਹੜੇ ਦੇਖ ਰਹੇ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਦੇਖਿਆ ਹੈ। ਤੇ ਅਸੀਂ
ਉਮੀਦ ਕਰਦੇ ਹਾਂ ਕਿ ਸੰਘਰਸ਼ ਵੀ ਇੱਕ ਬਹੁਤ ਸੋਹਣੇ ਨਤੀਜੇ ਤੇ ਜਾ ਕੇ ਖਤਮ ਹੋਵੇਗਾ ਅਤੇ ਉੱਥੋਂ ਜਿੱਤ ਕੇ ਹੀ ਲੋਕ ਆਪਣੇ ਘਰਾਂ ਨੂੰ ਵਾਪਸ ਜਾਣਗੇ। ਤੇ ਇੰਨੇ ਸ਼ਬਦਾਂ ਨਾਲ ਹੀ ਅਸੀਂ ਪ੍ਰੋਗਰਾਮ ਲਈ ਇੱਥੇ ਕਲੋਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।